ਸਾਡੀਆਂ ਗੱਲਾਂ ਸੁਣ ਰਹੇ ਹੋ ਤੇ ਆਪਣੀਆਂ ਮਨ ਦੀਆਂ ਬਾਤਾਂ ਸਾਡੇ ਨਾਲ ਸਾਂਝੀਆਂ ਕਰ ਰਹੇ। ਮੈਨੂੰ ਲੱਗਦਾ ਸਾਡੀਆਂ ਗੱਲਾਂ ਨਾਲੋਂ ਤੁਹਾਡੇ ਸਵਾਲ, ਤੁਹਾਡੀਆਂ ਗਤੀਵਿਧੀਆਂ, ਤੁਹਾਡੀਆਂ ਇੱਥੇ ਦੀਆਂ ਸਰਗਰਮੀਆਂ, ਤੁਹਾਡਾ ਸਾਡੇ ਨਾਲ ਵਿਚਰਨਾ ਉਹ ਸਾਡੇ ਬੜਾ ਕੰਮ ਆਵੇਗਾ। ਕੁਛ ਕਮੀਆਂ ਰਹਿ ਗਈਆਂ ਹੋਣਗੀਆਂ, ਅਸੀਂ ਸੁਧਾਰ ਦਾ ਯਕੀਨ ਦਵਾਉਂਦੇ ਹਾਂ, ਪਰ ਇਹਦੇ ਨਾਲੋਂ ਵੀ ਵੱਧਵੀਂ ਇਹ ਆਸ ਰੱਖਦੇ ਹਾਂ ਕਿ ਤੁਸੀਂ ਇਸ ਸਮਾਜ ਪ੍ਰਤੀ, ਕੁਦਰਤ ਪ੍ਰਤੀ, ਮੁਲਕ ਪ੍ਰਤੀ ਤੇ ਦੁਨੀਆ ਦੇ ਪੀੜਤਾਂ ਪ੍ਰਤੀ ਆਪਣਾ ਫਰਜ਼ ਨਿਭਾਵੋ। ਤੁਸੀਂ ਜ਼ਰੂਰ ਸਾਡੀਆਂ ਆਸਾਂ ਉਮੰਗਾਂ ਤੇ ਖਰੇ ਉਤਰੋਗੇ। ਮੇਰੇ ਤੋਂ ਪਹਿਲਾਂ 2 ਦਿਨ ਬੋਲਣ ਵਾਲੇ ਬੁਲਾਰੇ ਆਪਣੇ ਵਿਸ਼ਿਆਂ ਬਾਰੇ ਬੜੇ ਪ੍ਰੋੜ ਸੀ। ਉਹਨੇ ਸੰਭਵ ਕੋਸ਼ਿਸ਼ ਕੀਤੀ ਕਿ ਸੌਖੇ ਤੋਂ ਸੌਖੇ ਲਫ਼ਜ਼ਾਂ ਦੇ ਵਿੱਚ ਤੁਹਾਨੂੰ ਰੂਬਰੂ ਹੋਇਆ ਜਾਵੇ। ਮੇਰਾ ਵਿਸ਼ਾ ਵਿਗਿਆਨ ਆਧਾਰਿਤ, ਬੜਾ ਔਖਾ ਤੇ ਬੋਝਲ ਤੱਥਾਂ ਨਾਲ ਲਬਰੇਜ਼। ਮੇਰੇ ਲਈ ਵੱਡਾ ਸੰਕਟ ਇਹ ਆ ਕਿ ਮੈਂ ਸੌਖੇ ਤੋਂ ਸੌਖੇ ਲਫ਼ਜ਼ਾਂ ਵਿੱਚ ਕਿਵੇਂ ਤੁਹਾਡੇ ਨਾਲ ਗੱਲ ਕਰਾਂ। ਅੰਕੜਿਆਂ ਨੂੰ ਦਿੱਤੇ ਬਿਨਾਂ ਸਰ ਨਹੀਂ ਸਕਦਾ। ਮੇਰੀ ਇੱਕ ਹੋਰ ਵੀ ਕਮਜ਼ੋਰੀ ਹੈ, ਮੈਂ ਕੋਈ ਤਸੱਲੀ ਬਖਸ਼ ਬੁਲਾਰਾ ਨਹੀਂ। ਮੈਂ ਪੜ੍ਹਿਆ, ਮੈਂ ਲਿਖਿਆ, ਪਰ ਬਹੁਤਾ ਕਰਕੇ ਮੈਂ ਸੁਣਿਆ। ਕਿਸੇ ਹੱਦ ਤਾਈਂ ਮੈਂ ਘਮੱਕੜ ਹੋਣ ਕਰਕੇ ਤੇ ਉਸ ਮਹਿਕਮੇ ਦੇ ਵਿੱਚ ਸੇਵਾ ਨਿਭਾਉਂਦਾ ਹੋਣ ਕਰਕੇ, ਜਿਹਨੂੰ ਭੂਮੀ ਤੇ ਜਲ ਸੰਭਾਲ ਕਿਹਾ ਜਾਂਦਾ, ਕੁਦਰਤ ਦੇ 2 ਬਹੁਤ ਹੀ ਬਿਹਤਰੀਨ ਅਨਮੋਲ ਦਾਤ ਮਿੱਟੀ ਤੇ ਪਾਣੀ, ਉਸ ਮਹਿਕਮੇ ਨਾਲ ਮੇਰੀ ਸੰਬੰਧਿਤ ਨੌਕਰੀ ਰਹੀ ਹੈ। ਛੋਟੀ ਜਿਹੀ ਮੈਂ ਪੜ੍ਹਾਈ ਕੀਤੀ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ, ਤੇ ਮੇਰੇ ਬੜੇ ਇਹ ਮਨ ਭਾਉਂਦੇ ਸਬਜੈਕਟ ਸੀ ਮਿੱਟੀ ਅਤੇ ਪਾਣੀ। ਜਦੋਂ ਪੜ੍ਹਨ ਲੱਗੇ ਪਹਿਲੇ ਹਫ਼ਤੇ ਸਾਡੇ ਇੱਕ ਬੜੇ ਮਾਣ ਮੱਤੇ ਅਧਿਆਪਕ ਨੇ, ਜਿਹੜਾ ਕਿ ਮਗਰੋਂ ਇਨਕਲਾਬੀ ਕਾਰਜਾਂ ਪ੍ਰਤੀ ਸਮਰਪਿਤ ਹੋਣ ਕਰਕੇ ਨੌਕਰੀ ਛੱਡ ਗਿਆ ਤੇ ਹੁਣ ਪਤਾ ਨਹੀਂ ਉਹ ਕਿੱਥੇ ਆ। ਉਹਨਾਂ ਇੱਕ ਕੰਡੀਸ਼ਨ ਦੇ ਰੂਬਰੂ ਸਾਨੂੰ ਕਰਾਇਆ, ਜਿਹੜੀ ਮੈਂ ਹੁਣ ਤੱਕ ਲੜ ਬੰਨੀ ਹੋਈ ਆ, ਕਿ ਰੇਨ ਇਜ਼ ਦਾ ਪ੍ਰਾਇਮਰੀ ਸੋਰਸ ਆਫ ਵਾਟਰ। ਵਰਖਾ ਹੀ ਪਾਣੀ ਦਾ ਮੁੱਢਲਾ ਸੋਮਾ ਹੈ। ਹੋਰ ਸਾਰੇ ਦੇ ਸਾਰੇ ਸੋਮੇ ਦੋਮ ਦਰਜੇ ਦੇ ਹਨ ਤੇ ਵਰਖਾ ਉੱਤੇ ਨਿਰਭਰ ਹਨ। ਚਾਹੇ ਉਹ ਵਗਦੇ ਪਾਣੀ ਦੇ ਸੋਮੇ ਹੋਣ, ਨਦੀਆਂ ਤੇ ਦਰਿਆ, ਜਾਂ ਮੌਸਮੀ ਜਲ ਵਹਿਣ ਜਿਹਨੂੰ ਅਸੀਂ ਚੋਅ ਤੇ ਖੱਡਾਂ ਕਹਿ ਦਿੰਦੇ ਹਾਂ, ਚਾਹੇ ਉਹ ਖੜੇ ਜਲ ਸੋਮੇ ਹੋਣ ਜਿਹਨੂੰ ਤੁਸੀਂ ਝੀਲਾਂ ਕਹਿ ਸਕਦੇ ਹੋ, ਜਾਂ ਮਨੁੱਖ ਵੱਲੋਂ ਮਗਰੋਂ ਮਸਨੂਈ ਤੌਰ ਤੇ ਬਣਾਏ ਗਏ ਟੋਭੇ ਜਾਂ ਤਲਾਅ। ਤੀਜਾ ਧਰਤੀ ਹੇਠਲਾ ਪਾਣੀ ਜਿਹਨੂੰ ਜ਼ਮੀਨ ਦੋੜ ਜਲ ਕਿਹਾ ਜਾਂਦਾ ਹੈ, ਤੇ ਚੌਥਾ ਖਲਾ ਦੇ ਵਿੱਚ ਹਵਾ ਦੇ ਰੂਪ ਵਿੱਚ ਪਾਣੀ। ਅਸੀਂ ਵਰਖਾ ਦੀ ਅਹਿਮੀਅਤ ਨਹੀਂ ਬੁੱਝਦੇ, ਜਦ ਕਿ ਵਰਖਾ ਹੀ ਪਾਣੀ ਦਾ ਮੁੱਢਲਾ ਸੋਮਾ। ਦੂਜੀ ਟੂਕ ਜਿਹੜੀ ਮੈਂ ਅਜੇ ਵੀ ਨਹੀਂ ਵਿਸਾਰਦਾ, ਉਹ ਇਹ
कि soil is the 3-dimensional living body। मिट्टी लंबाई, चढ़ाई ते डंगाई दे विच 3 दिशावी एक जिंदा चीज़ है, लिविंग बॉडी, जिहड़ी कि साडे चेतिਆਂ ਦੇ ਵਿੱਚ ने। ਅਸੀਂ मिट्टी ਨੂੰ बेजान समझते हैं। मिट्टी विकसदी आ, मिट्टी महसूसदी आ, मिट्टी तंदुरुस्त हुंदी आ ते हुण मिट्टी बीमार भी हुंदी है। मिट्टी विकसदी आ, विग्यान नाल संबंधित जिथे विद्यार्थी बैठे होणगे उन्हां नूं पता होएगा कि साडी धरती कदे एक अग दा गोला सी, मींह पए, झक्खड़ आए, जल सलाब वापरिया, ये ठंडी हो गई, हौली हौली ये पथरीली चट्टान के रूप में भुरभुरी होण लगी। भुरभुरी होण दे विच भौतिक ते कुदरती सरगर्मियां ने रोल निभाया, सूखम जीवां ने भी ते पहल पलकड़ी सूखम वनस्पति ने भी हौली हौली इन मिट्टी की शक्ल अख्तियार कर ली। पर याद रखो कि धरती की सिर्फ उतली 9 इंच सतह, एक गिठ धरती ही साडियां सारियां उपजां दा दारोमदार है। मिट्टी की 1 इंच परत तैयार होने के लिए कुदरती तौर पर 1000 बरा लग जाता, तो इनू जरखेज होने के लिए 3 सदियां। ये 2 महत्वपूर्ण टूका सन जिन मैनू निठ के इन्हां सबजैक्टां का पढ़ा बनाया। फील्डमैन के तौर पर नौकरी सी, नेड़ियों देखिया। ये अड गल आ कि बाबा नदियां की बात पांदा सी ते बापू ने खूहां की गल की। नलका तो मैं भी हथी गेड़िया, पर जिंदगी का दिखांत देखो कि जींदे जी जिन बाबे की दरियावां की बात ही नहीं सुनी, बापू कोलों खूहां दीयां गल्लां नहीं सुनिया, वो अखीं भी देखियां, नलका हथी नहीं गेड़िया, ते दिखांत देखो उस बंदे नूं ही उस पानी नूं बोतलां च बंद होण दा तसव्वुर झलना पिया। तुसीं नवें मुंडे ते कुड़ियां उन्हां बेलियां दी पीढ़ी च जद तुहानूं कुदरत दी ओह बेहतरीन नियामत पानी जिहड़ा भाईचारक तौर ते सारिआं दा सर्व साझा है, हल बाइक का भी, जमीन मालक का भी, बेजमीने का भी, अखौती उच्च जातियां का भी, धन कुबेरां का भी, ते साडे तुहाडे वर्गे गरीबड़ियां का भी, उन्हों खो ही नहीं लिया, उहदे ते कब्जा करने वाला तुर पै। इदां दीयां कुछ गल्लां मैं तुहाडे नाल बहुत डंगाई च साझियां करना चाहता सी, परंतु मैनूं बड़ी हैरानी हुंदी है कि जद भी मैं गाहे बगाहे किते जाना, सानूं पानी दियां मूल गल्लां दा ही नहीं पता। जल संकट की हट्टियां भट्ठियां ते गल हुंदी है, पानी के दूषित होने दीयां गल्लां घरां च भी चलदियां, परंतु पानी है कि ये कित्थों आया, इहदे स्रोत की है, ये साडे तक पहुंचिया किवें ते इहदी महत्ता की है, इन्हां मुੱਢਲੀਆਂ गल्लां दा सानूं नहीं पता, ਜਿਹੜੀਆਂ कि बहुत ही बुझड़ियां लागियां। मेरा अज का विषय
बहुत सामी ते बहुत परती है। पानी वातावरण ते जन जीवन ते मारू हल्ला। पानी ते वातावरण दोवें आपस विच अंतर संबंधित। जे सामा वातावरण ते फिर पानी है, जे फिर पानी आ तो फिर वो सारे कारक हैं जिहड़े सामा वातावरण सिरजदे। ये गल भी साडे चेते दी। पानी क्यों डूंगा हो गया, ये गल भी सानू मोटी मोटी पता है। पानी नू असल विच दूषित कौन कर रहा, ये गल्लां भी सानू मोटियां मोटियां पता है। पानियां ते धड़ भी कब्जे करन जा रहे हैं, थोड़ा बहुत सानू ये भी पता है। पर असी जल संकटां की गल करते हैं, इनू हल करने लई बल नहीं तुरते। इहदे प्रति साडे भी कुछ फर्क हैं। साडे पुरखियां ने पानी नू प्राण तत्त कहा। जो सानू पढ़ाया गया उहदे विच पा दा मतलब पानी, नींद का मतलब नाणे बिहारी का मतलब तत्त, प्राण तत्त। ते वातावरण नू बहुत सौखे सवेरे लफ्जां दे विच आला दुआला कह गए। वाता आला ते वरण दुआला, ते फिर मारू हल्ला। विशा मैनू ये भी दिता गया किन्हां वल्लों, धन कबीरां वल्लों ते हाकम जमातां वल्लों। मैनू इहदे विच थोड़ी सखियाई रह गई। ਉਹਦਾ ਕਾਰਨ ਕੀ? डॉक्टर परमिंदर जी का मैं कल लैक्चर सुनिया। कुछ गल्लां इन्हें असिद्धे ढंग नाल खोली। उस तो पहला कामरेड खटकर ने थानू कुंजी बारे लैक्चर दिता। ਉਹਦੇ 'ਚ बहुत कुछ हो आ गया जिहड़ा मैं हुण दोहरावांगा। समय की सीमता करके हो सकता मैं इन्हूं घट संबोधित करूं। मैं प्रभावशाली बुलारा ने सिद्ध पद्धर दियां मैं गल्लां करूंगा। तुसीं रस्सिओ ना, अंकड़े के आधारित सबजैक्ट होने करके मैनूं आ कुछ नोटिसां का भी सहारा लेना पैना। मैं शुरू च कहूँगा, आओ बिरखां की गल करिए। आओ बिरखां की गल करिए, दरियावां की बांह फड़िए, मिट्टी की कदर करिए ते पृथ्वी का आदर करिए। मैं जो तुहाडे सामने खड़ा, पृथ्वी का आदर करिए। मैं जो थोड़े सामने खड़ा, इहदे कुल वजूद दे विच 3 हिस्से पानी, 70%। चौथा हिस्सा हड्डियां, मिंज ते होर मवाद। कुदरत का करिश्मा देखो कि धरती उत्ते भी 3 हिस्से पानी ने मल्ले हुए। मेरा शरीर विचला पानी ते पृथ्वी उत्ते फैल रहा पसरिया पानी बरो बराबर। इस गल के बड़े डूंघे अर्थ किते फेर नहीं। पर मैनू जो पानी मिलता, चाहे वो पीण के रूप में, चाहे रोजमर्रा दियां होर क्रियावां दे लई, चाहे वो खाद पदार्थां के रूप में मेरे कोल आया,
ਉਹ ਸਾਰੇ ਦਾ ਸਾਰਾ ਪ੍ਰਿਥਵੀ ਦੀ ਦੇਣ। ਚਾਹੇ ਉਹ ਭੋਜਨ ਦੇ ਰੂਪ ਵਿੱਚ ਪਾਣੀ ਮੈਨੂੰ ਮਿਲਦਾ, ਚਾਹੇ ਮੈਂ ਪੀਂਦਾ ਤੇ ਚਾਹੇ ਮੈਂ ਵਰਤਦਾ, ਸਾਰੇ ਦਾ ਸਾਰਾ ਪ੍ਰਿਥਵੀ ਤੋਂ ਪ੍ਰਾਪਤ ਹੋਇਆ। ਉਸ ਪ੍ਰਿਥਵੀ ਨੂੰ ਤੁਸੀਂ ਨੇਚਰ, ਕੁਦਰਤ ਕਹਿ ਸਕਦੇ ਹੋ। ਇਹਦੇ ਬਾਰੇ ਵੀ ਬੜੀ ਨਿੱਠ ਕੇ ਗੱਲ ਕਰਨ ਦੀ ਲੋੜ। ਸਾਡੇ ਫਿਲਾਸਫਰਾਂ ਨੇ ਪ੍ਰਿਥਵੀ ਨੂੰ ਪਹਿਲਾ ਦਰਜਾ ਦਿੱਤਾ, ਜਿਹਦੀ ਬਦੌਲਤ ਅਸੀਂ ਤੇ ਤੁਸੀਂ ਸਮੁੱਚਾ ਜੀਵ ਜਗਤ, ਜਿੰਦਾ ਚੀਜ਼ਾਂ, ਚਾਹੇ ਉਹ ਬਨਸਪਤੀ ਆ ਤੇ ਚਾਹੇ ਜੀਵ ਜੰਤੂ ਆ ਤੇ ਚਾਹੇ ਬੰਦਾ, ਉਹ ਪ੍ਰਿਥਵੀ ਦੀ ਬਦੌਲਤ। ਤੇ ਪ੍ਰਿਥਵੀ ਸਾਨੂੰ ਢੇਰ ਨਿਆਮਤਾਂ ਦਿੰਦੀ। ਇਵੇਂ ਹੀ ਸਾਡੇ ਫਿਲਾਸਫਰਾਂ ਨੇ ਮਾਂ ਨੂੰ ਦੂਜਾ ਦਰਜਾ ਦਿੱਤਾ। ਮਾਂ ਦੀਆਂ ਬਰਕਤਾਂ ਦੀ ਬਾਤ ਤੁਸੀਂ ਪਾਓ, ਮੇਰੇ ਕੋਲ ਲਫ਼ਜ਼ ਨਹੀਂ। ਔਰਤਾਂ ਦੀ ਦਰਜਾਬੰਦੀ ਦੇ ਵਿੱਚ ਮਾਂ ਨੂੰ ਸਰਵਸ਼੍ਰੇਸ਼ਠ ਸਥਾਨ ਪ੍ਰਾਪਤ, ਤੇ ਔਰਤ ਨੂੰ ਪ੍ਰਿਥਵੀ ਦਾ ਦਰਜਾ ਦਿੱਤਾ ਗਿਆ। ਇਹ ਸਾਰੀਆਂ ਅੰਤਰ ਸੰਬੰਧਿਤ ਗੱਲਾਂ। ਸਾਡੇ ਰਹਿਬਰਾਂ ਨੇ ਉਸਤਾਦ ਨੂੰ ਤੀਜਾ ਦਰਜਾ ਦਿੱਤਾ, ਜਿਹੜਾ ਸਾਨੂੰ ਸਿੱਖਿਆ ਦਿੰਦਾ, ਸਾਨੂੰ ਜੀਵਨ ਜਾਚ ਸਿਖਾਉਂਦਾ, ਸਾਨੂੰ ਰੋਜੀ ਰੋਟੀ ਦੇ ਕਾਬਲ ਬਣਾਉਂਦਾ। ਉਸਤਾਦ ਦੀ ਫੌਰਨ ਕੋਈ ਵੀ ਹੋ ਸਕਦੀ ਹੈ। ਉਹ ਅਧਿਆਪਕ ਹੋ ਸਕਦਾ, ਉਹ ਤੁਹਾਨੂੰ ਕੰਮ ਸਿਖਾਉਣ ਵਾਲਾ ਹੋ ਸਕਦਾ। ਤੇ ਚੌਥਾ ਤੇ ਆਖਰੀ ਦਰਜਾ ਰੱਬ ਜੀ ਨੂੰ ਦਿੱਤਾ। ਰੱਬ ਹੈ ਜਾਂ ਨਹੀਂ ਹੈ, ਇਹ ਬਹਿਸ ਦਾ ਵਿਸ਼ਾ। ਪਰ ਅਚੇਤ ਸੁਚੇਤ ਅਸੀਂ ਇਸ ਚੌਥੇ ਦਰਜੇ ਵਾਲੇ ਨੂੰ ਪਹਿਲਾ ਦਰਜਾ ਦੇ ਦਿੱਤਾ। ਇਹੀ ਧਾਰਨਾ ਹੀ ਪੌੜੇ ਦੀ ਜੜ। ਅਸੀਂ ਰੱਬ ਨੂੰ ਯਾਦ ਰੱਖਿਆ ਪਰ ਕੁਦਰਤ ਨੂੰ ਭੁੱਲ ਗਏ। ਤੇ ਪਾਣੀ ਕੁਦਰਤ ਦਾ ਸਭ ਤੋਂ ਵੱਧ ਅਹਿਮ ਤੱਤ। ਇਹ ਸੀਆਂ ਮੁੱਢਲੀਆਂ ਗੱਲਾਂ ਜਿਹੜੀਆਂ ਮੈਂ ਭੂਮਿਕਾ ਦੇ ਤੌਰ ਤੇ ਤੁਹਾਡਾ ਧਿਆਨ ਖਿੱਚਣ ਲਈ ਵਰਤੀ। ਮੈਂ ਅੱਜ ਸਿਰਫ ਖੜੋਤੇ ਪਾਣੀ 'ਚ ਢੀਮ ਮਨ ਵਾਂਗ ਵੀ ਸੌਖੀਆਂ ਗੱਲਾਂ ਕਰੂੰਗਾ। ਕੁਝ ਸਵਾਲ ਤੁਹਾਡੇ ਸੋਚਣ ਲਈ ਛੱਡ ਜਾਵਾਂਗਾ, ਸਮੇਂ ਦੇ ਤਕਾਜ਼ੇ ਕਰਕੇ ਮੋਟੀਆਂ ਮੋਟੀਆਂ ਗੱਲਾਂ ਸੁਣਾਂਗਾ। ਅਮੋਲਕ ਜੀ ਨੇ ਕਿਹਾ, ਤੁਸੀਂ ਸਾਡੇ ਬੰਦੇ ਨੂੰ ਜਿੱਥੇ ਵੀ ਸੱਦੋਗੇ ਵਾਕਈ ਮੈਂ ਆਵਾਂਗਾ। ਲੰਬਾ ਸਮਾਂ ਹੋਊਗਾ, ਤੈਅ ਕਰਾਂਗੇ ਉਹਨਾਂ ਸਬਜੈਕਟਾਂ ਨੂੰ ਤੇ ਗੱਲ ਕਰਾਂਗੇ। ਪਾਣੀ ਕੀ ਹੈ? ਪਾੜੇ ਕਹਿਣਗੇ ਕਿ ਇਹ ਦੋ ਗੈਸਾਂ ਦਾ ਮਿਸ਼ਰਣ ਆ, ਦੋ ਹਿੱਸੇ ਹਾਈਡਰੋਜਨ ਤੇ ਇੱਕ ਹਿੱਸਾ ਆਕਸੀਜਨ। ਕੋਈ ਹੋਰ ਇਹ ਤੋਂ ਅਗਲੀ ਗੱਲ ਵੀ ਕਹਿ ਸਕਦਾ ਕਿ ਇਹ ਤਰਲ ਰੂਪ ਵਿੱਚ ਵਗਦਾ ਖੜੋਤਾ ਜਾਂ ਧਰਤੀ ਕਿੱਥੋਂ ਮਿਲਦਾ ਹੈ। ਇਹ ਠੋਸ ਰੂਪ ਦੇ ਵਿੱਚ ਬਰਫ਼ ਜਾਂ ਗਲੇਸ਼ੀਅਰ ਦੀ ਫਾਰਮ ਦੇ ਵਿੱਚ, ਜਾਂ ਫਿਰ ਇਹ ਖਲਾ ਦੇ ਰੂਪ ਵਿੱਚ, ਗੈਸਾਂ ਦੇ ਰੂਪ 'ਚ, ਕੋਈ ਇਵੇਂ ਵੀ ਕਹਿ ਸਕਦਾ। ਪਰ ਚੇਤਨ ਬੰਦੇ ਇਹ ਕਹਿਣਗੇ ਕਿ ਪਾਣੀ ਸਾਡੀ ਸਮਾਜਿਕ, ਆਰਥਿਕ ਤੇ ਰਾਜਨੀਤਿਕ ਸ਼ਕਤੀ ਹੈ। ਇਹ ਤਿੰਨ ਸ਼ਬਦ ਪਾਣੀ ਦੇ ਨਾਲ ਬਹੁਤ ਹੀ ਜੁੜਵੇਂ ਆ।
ਇਹਨਾਂ ਨੂੰ ਬੁੱਝਣ ਦੀ, ਸਮਝਣ ਦੀ ਤੇ ਘੋਖਣ ਦੀ ਲੋੜ ਹੈ। ਪਾਣੀ ਸਾਡੀ ਸਮਾਜਿਕ ਸ਼ਕਤੀ ਹੈ। ਸਾਡੀਆਂ ਸਭਿਅਤਾਵਾਂ, ਸਾਡਾ ਖੇਤੀ ਦਾ ਪ੍ਰਚਲਨ, ਸਾਡਾ ਸਾਰਾ ਹੀ ਨਿਰਮਾਣ ਇਹ ਜਿਹੜਾ ਪਾਣੀ ਦੀ ਸਮਾਜੀ ਸ਼ਕਤੀ ਦਾ ਰੂਪ ਹੈ। ਸਾਡੀ ਆਰਥਿਕ ਪੂੰਜੀ, ਉਹ ਮੁਲਕ ਜਿਨ੍ਹਾਂ ਕੋਲੇ ਦੌਲਤ ਆ, ਉਹ ਖਾਦ ਪਦਾਰਥਾਂ ਦੇ ਵਿੱਚ ਬੜੇ ਅਮੀਰ ਹੋਏ। ਕਿਸੇ ਵੇਲੇ ਇਹ ਸਾਡੀ ਇੱਕ ਬਹੁਤ ਵੱਡੀ ਆਰਥਿਕ ਸ਼ਕਤੀ ਬਣੀ, ਹੁਣ ਵੀ ਹੈ, ਪਰ ਹੁਣ ਇਹਨੂੰ ਹਾਕਮ ਕਿਸੇ ਹੋਰ ਢੰਗ ਨਾਲ ਲੈ ਰਹੇ। ਰਾਜਨੀਤਿਕ ਸ਼ਕਤੀ, ਜਿਨ੍ਹਾਂ ਦੇ ਕੋਲ ਪਾਣੀ ਹੈ ਜਾਂ ਜਿਨ੍ਹਾਂ ਦੇ ਪਾਣੀਆਂ ਉੱਤੇ ਕਬਜ਼ਾ ਕਰਨ ਜਾ ਰਹੇ ਆ, ਉਹਨਾਂ ਦੀ ਰਾਜਨੀਤੀ ਦੇ ਵਿੱਚ ਬਹੁਤ ਵੱਡੀ ਸ਼ਕਤੀ ਹੋਵੇਗੀ। ਇਹ ਗੱਲ ਵੀ ਸਮਝਣ ਦੀ ਲੋੜ ਹੈ। ਪਾਣੀ 100% ਕੁਦਰਤੀ ਨਿਆਮਤ ਹੈ, ਇਹ ਬਣਾਇਆ ਨਹੀਂ ਜਾ ਸਕਦਾ, ਪਰ ਇਸ ਦੀ ਸੰਜਮੀ ਵਰਤੋਂ ਕੀਤੀ ਜਾ ਸਕਦੀ ਹੈ, ਜਿਹੜੀ ਅਸੀਂ ਭੁੱਲ ਗਏ ਹਾਂ ਜਾਂ ਭੁਲਾ ਦਿੱਤੀ ਗਈ ਹੈ। ਇਹ ਸ਼ੁੱਧ ਰੱਖਿਆ ਜਾ ਸਕਦਾ, ਇਹਨੂੰ ਬਚਾਇਆ ਜਾ ਸਕਦਾ, ਇਹਦੀ ਮੁੜ ਭਰਪਾਈ, ਇਹਨੂੰ ਜਾਣੀ ਰੀਚਾਰਜ ਧਰਤੀ 'ਚ ਭੇਜਿਆ ਜਾ ਸਕਦਾ ਹੈ, ਇਹ ਕਮਾਇਆ ਜਾ ਸਕਦਾ ਹੈ। ਰੇਨ ਵਾਟਰ ਹਾਰਵੈਸਟਿੰਗ ਜਾਣੀ ਪਾਣੀ ਨੂੰ ਸਾਂਭਿਆ ਸਲੋਟਿਆ ਜਾ ਸਕਦਾ ਹੈ, ਜਲ ਤਗੀਆਂ ਨੂੰ ਰਿਚ ਸਰਾਸਰ ਕਰਨੇ ਦੇ ਲਈ ਤੇ ਭਵਿੱਖ ਦੇ ਵਿੱਚ ਵਰਤਣ ਦੇ ਲਈ। ਮੈਨੂੰ ਕਿਸੇ ਬਾਹਰਲੇ ਮੁਲਕ 'ਚ ਜਾਣ ਦਾ ਮੌਕਾ ਮਿਲਿਆ। ਜਿੱਦਾਂ ਮੋਚੇ ਜੁੱਤੇ ਵੱਲ ਦੇਖੋ, ਕਿਉਂਕਿ ਉਹਦਾ ਕਰਮ ਉਹਨੂੰ ਰੋਟੀ ਦਿੰਦਾ। ਨਾਈ ਸਿਰ ਵੱਲ ਨੂੰ ਵੇਖੋ, ਉਹਦੇ ਕਰਮ ਦਾ ਹਿੱਸਾ ਹੈ। ਕਿਉਂਕਿ ਮੈਂ ਉਸ ਮਹਿਕਮੇ ਨਾਲ ਜੁੜਿਆ ਸੀ ਜਿਹੜਾ ਪਾਣੀ ਨਾਲ ਸੰਬੰਧਿਤ ਆ। ਮੈਂ ਉੱਥੇ ਦੇ ਜਲ ਕੁੰਡਾਂ ਨੂੰ ਤੇ ਵਰਖਾ ਨੂੰ ਵਰਤ ਹੁੰਦੇ ਦੇਖੇ। ਜਿਹਦੇ 'ਚ ਸਵਾਲ ਆਇਆ, ਮੈਂ ਉਹਨਾਂ ਨੂੰ ਪੁੱਛਿਆ ਕਿ ਮੈਂ ਤੁਹਾਡੇ ਟਿਊਬਵੈੱਲ ਨਹੀਂ ਦੇਖੇ, ਜਦ ਕਿ ਖੇਤੀ ਦੀਆਂ ਕਈ ਬੈਲਟਾਂ ਭਰੀਆਂ ਭੁਗਨੀਆਂ ਤਾਂ ਤੁਹਾਡੇ ਕੋਲ ਸਾਡੇ ਨਾਲੋਂ ਵੀ ਖਰੀਆਂ। ਉਹਨੇ ਕਿਹਾ ਕਿ ਅਸੀਂ ਤਾਂ ਧਰਤੀ ਹੇਠਲਾ ਪਾਣੀ ਵਰਤਦੇ ਹੀ ਨੇ, ਅਸੀਂ ਤਾਂ ਮੀਂਹ ਦਾ ਪਾਣੀ ਸਾਂਭਦੇ ਤੇ ਉਹਨੂੰ ਵਰਤਦੇ ਹਾਂ। ਧਰਤੀ ਹੇਠਲਾ ਪਾਣੀ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਤੇ ਜਲ ਸੰਕਟਾਂ ਵੇਲੇ ਐਫਡੀ ਦੀ ਨਿਆਣੀ ਹੈ। ਧਰਤੀ ਹੇਠਲਾ ਪਾਣੀ ਤਾਂ ਸਾਡੀ ਐਫਡੀ ਹੈ ਤੇ ਅਸੀਂ ਐਫਡੀ ਨੂੰ ਹੀ ਪੈ ਗਏ। ਇਹ ਗੱਲ ਸੋਚਣ ਵਿਚਾਰਨ ਵਾਲੀ। ਰੇਨ ਵਾਟਰ ਹਾਰਵੈਸਟਿੰਗ ਬਾਰੇ ਮੇਰੇ ਮਹਿਕਮੇ ਨੇ ਕੁਝ ਤਜਰਬੇ ਕੀਤੇ, ਮੈਨੂੰ ਉਹਦੇ 'ਚ ਕੰਮ ਕਰਨ ਦਾ ਮੌਕਾ ਮਿਲਿਆ। ਮੁੱਢਲੀ ਪੜ੍ਹਾਈ ਘੱਟ, ਫੀਲਡਮੈਨ ਦੀ ਨੌਕਰੀ, ਪਰ ਕਿਉਂਕਿ ਮੈਂ ਤੁਹਾਡੇ ਵਰਗੇ ਕਰਮ ਯੋਗੀਆਂ 'ਚ ਵਿਚਰਦਾ ਸੀ, ਮੇਰਾ ਕੁਛ ਇਨਕਲਾਬੀ ਧਿਰਾਂ ਦੇ ਨਾਲ ਵਾਹ ਸੀ, ਮੈਂ ਉਹਨਾਂ ਦੀਆਂ ਗੱਲਾਂ ਸੁਣਦਾ ਸੀ। ਇਸ ਕਰਕੇ ਮੇਰੇ 'ਚ ਇਹ ਪ੍ਰੋੜਤਾ ਆ ਗਈ ਕਿ ਮੈਂ ਆਪਣਾ ਡਿਊਟੀ ਪ੍ਰਤੀ ਫਰਜ਼ ਨਿਭਾਉਣਾ। ਮੈਂ ਮਹਿਕਮੇ 'ਚ ਨਿਭਾਉਂਦਾ ਰਿਹਾ। ਉਹ ਪ੍ਰੋਜੈਕਟ ਉਸਰੇ ਪਹਿਲਾਂ ਕੀ ਹਾਲਤ ਸੀ, ਉਹ ਚਸ਼ਮੇ ਕਿਵੇਂ ਵਗਦੇ ਸੀ, ਉਹ ਸੁੱਕ ਮੁੱਕ ਗਏ ਹੋਏ। ਤੇ ਹੁਣ ਅਸੀਂ ਜਿਹੜੇ ਕੁਛ ਕੰਮ ਕੀਤੇ ਆ, ਉਹਦੇ ਕਰਕੇ ਫਿਰ ਇਹ ਪਹਾੜ ਸਿਮਣ ਗੱਤ ਲੱਗ ਪਏ। ਉਹ ਜਿਹੜੇ ਖੂਹ ਬੈਰਨ ਹੋ ਗਏ, ਪਹਾੜੀ ਇਲਾਕਿਆਂ ਦੇ ਸੁੱਕ ਗਏ ਸੀ, ਪਾਣੀ 45 ਉਹਨਾਂ ਦਾ ਉਤਰ ਗਿਆ ਸੀ। ਉੱਥੇ ਦੀ ਆਬਾਦੀਆਂ ਨੂੰ ਉੱਥੋਂ ਮਾਈਗ੍ਰੇਟ ਕਰਨਾ ਪਿਆ ਸੀ। ਉਹ ਮੁੜ ਕੇ ਹਰੇ ਭਰੇ ਕਿਉਂ ਹੋ ਗਏ?
ਕਿਵੇਂ ਕਿਉਂ ਵਾਪਰਿਆ ਇਹ? ਪੰਜਾਬ ਦਾ ਕੁੱਲ ਰਕਬਾ 53 ਲੱਖ ਹੈਕਟੇਅਰ, ਇਹਦਾ 10% ਇਲਾਕਾ ਸਾਡੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ 'ਚ ਪੈਂਦਾ, ਜਿਹਨੂੰ ਅਸੀਂ ਕੰਢੀ ਦਾ ਇਲਾਕਾ ਕਹਿੰਦੇ ਹਾਂ। ਕੁੱਲ ਸੰਸਾਰ ਦੇ ਵਿੱਚ ਔਸਤਨ ਵਰਖਾ ਜਿਹੜੀ ਹੈ 800 ਮਿਲੀਮੀਟਰ ਪੈਂਦੀ ਹੈ, ਪਰ ਮੇਰੇ ਮੁਲਕ ਦੇ ਵਿੱਚ ਉਹਦਾ ਰੇਟ 1170, ਯਾਨੀ ਤੁਸੀਂ 1200 mm ਕਹਿ ਸਕਦੇ ਹੋ, ਉਨਾ ਪੈਂਦਾ। ਪੰਜਾਬ ਦੀ ਔਸਤਨ ਵਰਖਾ 800 mm ਹੁਣ ਘੱਟ ਪੈਣੀ ਸ਼ੁਰੂ ਹੋ ਗਈ। ਪਿਛਲੀ 10 ਸਾਲਾਂ ਦੀ ਐਵਰੇਜ 600 mm, ਪਰ ਮੈਂ ਕਹਿੰਦਾ ਵੀ ਤੁਸੀਂ ਇਹਨੂੰ 400 ਮਿਲੀਮੀਟਰ ਮੰਨ ਕੇ ਚੱਲੋ। ਜਲ ਤੱਗੀਆਂ ਜਿਹੜੀ ਅਸੀਂ ਪਹਿਲੀ ਤੱਗੀ ਖਤਮ ਕਰ ਦਿੱਤੀ, ਦੂਜੀ ਖਤਮ ਕਰ ਦਿੱਤੀ, ਇਸ ਵੱਲ ਮੈਂ ਫੇਰ ਆਊਂਗਾ। ਤੀਜੀ ਜਲ ਪੱਟਣ ਨੂੰ ਅਸੀਂ ਹੁਣ ਹੂੰਝ ਵਰਤ ਰਹੇ ਹਾਂ, ਉਹ ਖਤਮ ਹੋਣ ਜਾ ਰਿਹਾ। ਪਾਣੀ ਦੀ ਪਹਿਲੀ ਤੱਗੀ ਜਿਹੜੀ 0 ਤੋਂ 20 ਫੁੱਟ, ਉਹ ਤੋਂ ਅਗਲੀ ਤੱਗੀ ਜਿਹੜੀ 50 ਤੋਂ 100 ਫੁੱਟ, ਦੂਜੀ, ਉਹਨੂੰ ਕੁਦਰਤੀ ਤੌਰ 'ਤੇ ਰੀਚਾਰਜ ਹੋਣ ਦੇ ਲਈ 100 ਵਰ੍ਹਾ ਲੱਗ ਜਾਂਦਾ, ਇੱਕ ਸਦੀ, ਜਿਹਨੂੰ ਅਸੀਂ ਮੁਕਾ ਬੈਠੇ ਹਾਂ। ਅਤੇ ਤੀਜੀ ਤੱਗੀ ਜਿਹਨੂੰ ਅਸੀਂ ਹੁਣ ਹੂੰਝ ਵਰਤ ਰਹੇ ਹਾਂ 300 ਤੋਂ 500 ਫੁੱਟ ਵਾਲੀ, ਉਹਨੂੰ ਕੁਦਰਤੀ ਤੌਰ 'ਤੇ ਰੀਚਾਰਜ ਹੋਣ ਦੇ ਲਈ ਮੀਂਹਾਂ ਦੇ ਪਾਣੀ ਥੱਲੇ ਉਸ ਤੱਗੀ 'ਤੇ ਪਹੁੰਚਣ ਦੇ ਲਈ 5 ਸਦੀਆਂ ਲੱਗ ਜਾਂਦੀਆਂ, 5 ਸਦੀਆਂ ਲੱਗ ਜਾਂਦੀਆਂ, ਜਿਹਨੂੰ ਅਸੀਂ ਮੁਕਾਉਣ ਜਾ ਰਹੇ ਹਾਂ। ਅਸੀਂ ਕੁਝ ਤਜਰਬੇ ਕੀਤੇ, ਉਹਨਾਂ ਤਜਰਬਿਆਂ 'ਚੋਂ ਇਹ ਆਇਆ ਕਿ ਜੇ ਕੰਢੀ ਦੇ 1,35,000 ਹੈਕਟੇਅਰ ਜਿਹੜਾ ਚੌਥਾ ਹਿੱਸਾ ਬਣਦਾ, ਉਹਦੇ ਵਿੱਚੋਂ ਵਰਖਾ ਦੇ 400 mm ਪਾਣੀ ਨੂੰ ਰੋਕ ਖੜਾ ਲਈਏ ਤਾਂ ਇਹਦੇ ਨਾਲ 54 ਲੱਖ ਹੈਕਟੇਅਰ ਮੀਟਰ ਪਾਣੀ ਜਿਹੜਾ ਉਹ ਕਮਾਇਆ ਜਾ ਸਕਦਾ, ਜਿਹਨੂੰ ਧਰਤੀ 'ਚ ਇੰਜੈਕਟ ਕੀਤਾ ਜਾ ਸਕਦਾ, ਜਾਂ ਫਿਰ ਜਿੱਥੇ ਵਰਤ ਹੋ ਸਕਦਾ ਵਰਤਿਆ ਜਾ ਸਕਦਾ। ਇਹ ਪਾਣੀ ਦੀ ਮਕਦਾਰ ਇੰਨੀ ਆ ਕਿ ਇਹਦੇ ਨਾਲ 10-10 ਸੈਂਟੀਮੀਟਰ ਜੇ ਸਾਰਾ ਪੰਜਾਬ ਥਿਆੜੀ ਵਾਂਗੂ ਪੱਧਰਾ ਹੋਵੇ, ਉਹਦਾ 54 ਲੱਖ ਹੈਕਟੇਅਰ ਰਕਬਾ ਪੱਧਰਾ ਹੋਵੇ, ਤਾਂ ਉਹਦੇ ਵਿੱਚ ਇੱਕ ਇੱਕ ਗਿੱਠ ਪਾਣੀ ਖੜਾਇਆ ਜਾ ਸਕਦਾ 10-10 ਸੈਂਟੀਮੀਟਰ। ਮੈਂ ਉਦਾਹਰਨ ਦੇ ਕੇ ਤੁਹਾਡਾ ਇੱਧਰ ਧਿਆਨ ਖਿੱਚਣਾ ਚਾਹੁੰਦਾ ਕਿ ਜਲ ਸੰਕਟ ਨੂੰ ਹੱਲ ਕਰਨ ਦਾ ਇੱਕ ਵੱਡਾ ਟੂਲ ਜਿਹੜਾ ਹੈ ਉਹ ਮੀਂਹ ਦੇ ਪਾਣੀ ਨੂੰ ਸਾਂਭ ਲੈਣਾ ਹੈ, ਕਮਾ ਲੈਣਾ ਹੈ। ਕੁਦਰਤ ਪਾਣੀ ਸਾਨੂੰ ਇੱਕ ਚੱਕਰ ਦੇ ਰੂਪ ਵਿੱਚ ਦਿੰਦੀ ਹੈ, ਇੱਕ ਸਾਈਕਲ, ਜਿਹਨੂੰ ਤੁਸੀਂ ਮੌਨਸੂਨ ਪਾਉਣਾ ਜਾਂ ਵਰਖਾ ਕਹਿ ਸਕਦੇ। ਅਸੀਂ ਉਸ ਮਹੱਤਵਪੂਰਨ ਚੱਕਰ ਦਾ ਇੱਕ ਹਿੱਸਾ ਹੈ। ਇਹ ਵਿਦਿਆਰਥੀਓ ਧਿਆਨ ਦਿਓ, ਕੁਦਰਤ ਸਾਨੂੰ ਪਾਣੀ ਇੱਕ ਸਾਈਕਲ ਦੇ ਰੂਪ 'ਚ ਦਿੰਦੀ ਹੈ, ਅਸੀਂ ਉਸ ਸਾਈਕਲ ਦਾ ਮਹੱਤਵਪੂਰਨ ਹਿੱਸਾ ਹੈ। ਇਸ ਸਾਈਕਲ ਨੂੰ ਇਨ ਐਕਸ਼ਨ ਵਿੱਚ ਰੱਖਣਾ ਸਾਡੀ ਮੁੱਢਲੀ ਜ਼ਿੰਮੇਵਾਰੀ ਹੈ। ਇਸ ਚੱਕਰ ਦਾ ਰੁਕ ਜਾਣਾ ਜੀਵਨ ਦਾ ਅੰਤ, ਵੀ ਜੇ ਮੀਂਹ ਨਾ ਵਰੇ ਕੁੱਲ ਦੁਨੀਆ ਵਿੱਚ ਕਿਤੇ ਵੀ, ਤਾਂ ਫਿਰ ਜੀਵਨ ਦਾ ਅੰਤ ਹੋ ਜਾਣਾ। ਸਾਮੀ ਵਰਖਾ ਬਰਾਨ 'ਚ ਬਹੁਤ ਸਾਰੇ ਜਿਹੜੇ ਕਾਰਕ ਆ ਉਹ ਆਪਣਾ ਰੋਲ ਨਿਭਾਉਂਦੇ ਆ। ਯਾਦ ਰੱਖੋ ਕਿ ਮੀਂਹ ਇੰਦਰ ਜਾਂ ਖਵਾਜਾ ਨਹੀਂ ਬਣਾਉਂਦੇ, ਵਰਖਾ ਨੂੰ ਇੰਦਰ ਦੇਵਤਾ ਜਾਂ ਖਵਾਜਾ ਨਹੀਂ ਪਾਉਂਦਾ, ਮੀਂਹ ਨੂੰ ਮੌਨਸੂਨ ਪਾਉਣਾ ਬਣਾਉਂਦੀ ਹੈ। ਸਾਨੂੰ ਇਹ ਗੱਲ ਵੀ ਪੱਲੇ ਬੰਨ੍ਹਣੀ ਚਾਹੀਦੀ ਹੈ।
ਪਰ ਮੌਨਸੂਨ ਪਾਉਣਾ ਤਾਂ ਸਮਾਂ ਮੀਂਹ ਭਰਾਉਣਗੀਆਂ ਜੇ ਉਹ ਸਾਰੇ ਕਾਰਕ ਆਪਾਂ ਮਗਰੋਂ ਕਰਾਂਗੇ ਜੀ, ਕਰਿਓ ਪਰ ਮਗਰੋਂ। ਪਰ ਮੌਨਸੂਨ ਪਾਉਣਾ ਵੀ ਤਾਂ ਸਮੀਆਂ ਸਬੱਲੀਆਂ ਬਣ ਗਈਆਂ ਜੇ ਉਹ ਸਾਰੇ ਕਾਰਕ ਧਰਤੀ ਉੱਤੇ ਮੌਜੂਦ ਹੋਣਗੇ ਜਿਹੜੇ ਮੀਂਹ ਭਰਾਉਣ 'ਚ ਸਹਾਈ ਹੁੰਦੇ। ਉਹਨਾਂ 'ਚੋਂ ਪ੍ਰਮੁੱਖ ਬਨਸਪਤੀ ਕਵਰ ਯਾਨੀ ਦਰਖਤ, ਜਿਹਨੂੰ ਜੰਗਲ ਕਹਿੰਦੇ ਹੁੰਦੇ। ਜੰਗਲ ਦੀ ਪਰਿਭਾਸ਼ਾ ਕੋਈ ਦਰਖਤਾਂ ਦਾ ਸਮੂਹ ਨਹੀਂ ਹੁੰਦਾ ਜਿੱਦਾਂ ਹੁਣ ਸਾਡੇ ਸਫੈਦਾ ਜਾਂ ਕਮਰਸ਼ੀਅਲ ਦਰਖਤ ਜਾਂ ਐਗਰੋ ਫੋਰੈਸਟਰੀ ਕਰਦੇ ਆ। ਜੰਗਲ ਦਾ ਅਰਥ ਘਾਹ ਤੋਂ ਲੈ ਕੇ ਵਿਸ਼ਾਲ ਘਣੇ ਦਰਖਤਾਂ ਦਾ ਝੁੰਡ, ਇਹ ਜੰਗਲ ਦੀ ਸਹੀ ਪਰਿਭਾਸ਼ਾ ਹੈ। ਪਰ ਜੰਗਲ ਵੀ ਸਾਡੇ ਖਤਮ ਕਰ ਦਿੱਤੇ ਜਿਹੜੇ ਕਿ ਮੀਂਹ ਭਰਾਉਣ 'ਚ ਬੜਾ ਸਹਾਈ ਤੇ ਵੱਡਾ ਰੋਲ ਨਿਭਾਉਂਦੇ। ਦੂਜਾ ਵੱਡਾ ਕਾਰਨ ਉਸ ਖਿੱਤੇ ਦੇ ਵਿੱਚ ਜਲ ਸੋਮਿਆਂ ਦਾ ਹੋਣਾ ਜ਼ਰੂਰੀ ਹੈ, ਚਾਹੇ ਉਹ ਖੜੇ ਰੂਪ 'ਚ ਤੇ ਚਾਹੇ ਉਹ ਧਰਤੀ 'ਚ। ਧਰਤੀ 'ਚ ਨਮੀ ਹੋਣੀ ਬਹੁਤ ਜ਼ਰੂਰੀ ਆ, ਮੀਂਹ ਤਾਂ ਪੈਂਦੇ। ਤੀਜਾ ਵੱਡਾ ਕਾਰਨ ਸੂਖਮ ਜੀਵਾਂ ਦਾ ਧਰਤੀ ਦੇ ਵਿੱਚ ਹੋਣਾ, ਜਿਨ੍ਹਾਂ ਨੂੰ ਅਸੀਂ ਖਤਮ ਕਰ ਦਿੱਤਾ। ਤੇ ਚੌਥਾ ਵੱਡਾ ਫੈਕਟਰ ਧਰਤੀ ਦਾ ਬਹੁਤਾ ਤੱਤਾਂ ਦੀ ਹੋਣਾ। ਅੱਜ ਕੱਲ੍ਹ ਗਲੋਬਲ ਵਾਰਮਿੰਗ ਦੀ ਬੜੀ ਗੱਲ ਚੱਲਦੀ ਹੈ। ਗਲੋਬਲ ਵਾਰਮਿੰਗ ਹੋ ਰਹੀ ਆ, ਆਲਮੀ ਤਪਸ਼ ਵੱਧ ਰਹੀ ਆ। ਇਹਦੇ ਵਧਣ ਕਰਕੇ ਵੀ ਮੀਂਹ ਛਾਵੇਂ ਨਹੀਂ ਪੈਂਦੇ, ਕਿਤੇ ਵੱਧ ਪੈਂਦੇ ਆ, ਕਿਤੇ ਘੱਟ ਪੈਂਦੇ ਆ, ਕਿਤੇ ਉੱਥੇ ਪੈਣ ਲੱਗ ਪਏ ਜਿੱਥੇ ਪਹਿਲਾਂ ਪੈਂਦੇ ਨਹੀਂ ਸੀ। ਇਹ ਵੀ ਇੱਕ ਬੜਾ ਵੱਡਾ ਵਿਸ਼ਾ ਆ, ਇਹਦੇ 'ਤੇ ਵੀ ਵੇਰਵੇ 'ਚ ਗੱਲ ਕਿਤੇ ਫੇਰ ਸੇ। ਦੁਨੀਆ ਦੀ ਕੁੱਲ ਧਰਤੀ ਦਾ ਸਾਡੇ ਕੋਲ 2.5% ਹਿੱਸਾ ਹੈ, ਪਰੰਤੂ ਆਬਾਦੀ ਸਾਡੇ 17% ਹੈ ਤੇ ਜਲ ਜਾਇਦਾਦ ਸਾਡੀ 4% ਹੈ। ਦੇਖੋ ਕਿੱਡਾ ਖਤਰਨਾਕ ਵਰਤਾਰਾ ਵਾਪਰਨ ਜਾ ਰਿਹਾ ਕਿ ਕੁੱਲ ਧਰਾਤਲੀ ਹਿੱਸਾ ਮੇਰੇ ਮੁਲਕ ਦਾ ਕੋਲ 2.5% ਹੈ ਕੁੱਲ ਦੁਨੀਆ ਦੀ ਖੁਸ਼ਕ ਧਰਤੀ ਦਾ, ਜਿਹਦੇ ਉੱਤੇ ਪਾਣੀ ਵੀ ਹੈ। ਆਬਾਦੀ ਸਾਡੀ 17% ਹੈ ਤੇ ਸਾਡੀ ਜਿਹੜੀ ਜਲ ਜਾਇਦਾਦ ਵਾ ਉਹ 4% ਹੈ। ਜਿੱਦਾਂ ਮੈਂ ਪਹਿਲਾਂ ਹੀ ਕਿਹਾ ਕਿ ਅਸੀਂ ਤਿੱਖੇ ਜਲ ਸੰਕਟ ਦਾ ਸਾਹਮਣਾ ਕਰਨ ਜਾ ਰਹੇ ਹਾਂ ਤੇ ਜਲ ਸੰਕਟ ਦਾ ਕਾਰਨ ਪਾਣੀ ਦਾ ਮੁੱਕ ਸੁੱਕ ਜਾਣਾ ਨਹੀਂ ਹੁੰਦਾ। ਸੁੱਕਣ ਦੇ ਕਾਰਨ ਕੋਈ ਹੋਰ ਹੋ ਸਕਦੇ ਆ, ਕੁਦਰਤੀ ਕਾਰਨ ਵੀ ਹੋ ਸਕਦੇ ਆ, ਪਰ ਮਕਾਂਦਾ ਇਹਨੂੰ ਬੰਦਾ ਹੈ। ਪਰ ਜਲ ਸੰਕਟ ਦਾ ਕਾਰਨ ਪਾਣੀ ਦਾ ਦੂਸ਼ਿਤ ਹੋ ਜਾਣਾ ਵੀ ਹੁੰਦਾ ਹੈ ਤੇ ਅਸੀਂ ਖਤਰਨਾਕ ਜਲ ਸੰਕਟ ਵੱਲ ਜਿਹੜਾ ਵੱਧ ਰਹੇ ਹਾਂ। ਜਲ ਸੰਕਟ ਦੀ ਗੱਲ ਕਰਕੇ ਮੈਂ ਤੁਹਾਨੂੰ ਡਰਾਉਣਾ ਨਹੀਂ ਚਾਹੁੰਦਾ, ਮੈਂ ਸਿਰਫ ਤੁਹਾਨੂੰ ਚੌਕਸ ਕਰਨਾ ਚਾਹੁੰਦਾ। ਜਿੱਦਾਂ ਮੈਂ ਸ਼ੁਰੂ 'ਚ ਕਿਹਾ ਕਿ ਮੈਂ ਤਾਂ ਖੜੋਤੇ ਪਾਣੀ 'ਚ ਇੱਕ ਅੱਜ ਢੀਮ ਮਾਰ ਕੇ ਜਾਊਂਗਾ, ਵੱਡਾ ਵਿਸ਼ਾ ਹੈ, ਥੋੜ੍ਹੇ ਸਮੇਂ 'ਚ ਕਵਰ ਨਹੀਂ ਕੀਤਾ ਜਾ ਸਕਦਾ। ਏ ਤੋਂ ਲੈ ਕੇ ਜ਼ੈਡ ਤੱਕ, ਜੇ ਜ਼ੈਡ ਵੱਲ ਨੂੰ ਵਧਣਾ ਹੋਵੇ।
2025 ਈਸਵੀ ਤੱਕ ਜਿਹੜੇ ਦੁਨੀਆ ਦੇ 31 ਮੁਲਕ ਗੰਭੀਰ ਜਲ ਸੰਕਟ ਦੇ ਸ਼ਿਕਾਰ ਹੋ ਜਾਣਗੇ, ਅਸੀਂ ਉਹਨਾਂ ਵਿੱਚ ਇੱਕ ਹਾਂ। ਦੁਨੀਆ ਦੇ 31 ਮੁਲਕ ਜਿਹੜੇ ਆਉਂਦੇ 3-4 ਵਰ੍ਹਿਆਂ ਤਾਈਂ ਗੰਭੀਰ ਜਲ ਸੰਕਟ ਦੇ ਸ਼ਿਕਾਰ ਹੋ ਜਾਣੇ ਆ, ਭਾਰਤ ਉਹਨਾਂ ਵਿੱਚੋਂ ਇੱਕ। 2040 ਤੱਕ ਜਿਨ੍ਹਾਂ ਮੁਲਕਾਂ ਦੀ ਹਾਲਤ ਵੱਧ ਤੋਂ ਬਦਤਰ ਹੋ ਜਾਣੀ ਹੈ, ਅਸੀਂ ਉਹਨਾਂ 'ਚ ਸ਼ੁਮਾਰ ਹਾਂ। ਭਾਰਤ ਦੇ ਜਿਨ੍ਹਾਂ 14 ਰਾਜਾਂ 'ਚ ਤਿੱਖਾ ਜਲ ਸੰਕਟ ਪਨਪਣ ਜਾ ਰਿਹਾ, ਪੰਜਾਬ ਉਹਨਾਂ ਵਿੱਚੋਂ ਇੱਕ। ਮੁਲਕ ਦੇ ਜਿਨ੍ਹਾਂ 256 ਜ਼ਿਲ੍ਹਿਆਂ 'ਚ ਨਾ ਸਾਂਭਿਆ ਜਾ ਸਕਣ ਵਾਲਾ ਜਲ ਸੰਕਟ ਪੈਦਾ ਹੋਣ ਜਾ ਰਿਹਾ, ਪੰਜਾਬ ਦੇ ਉਹਨਾਂ ਵਿੱਚ 17 ਜ਼ਿਲ੍ਹੇ ਸ਼ਾਮਲ। ਪੰਜਾਬ ਦੇ 142 ਡਿਵੈਲਪਮੈਂਟ ਬਲਾਕਾਂ, ਵੈਸੇ ਤਾਂ ਪਾਣੀ ਦੇ ਕਲਸਟਰ ਵੀ ਹੁੰਦੇ ਆ, ਬਲਾਕ ਹੁੰਦੇ ਆ, ਉਹ ਉਸ ਪਾਸੇ ਨਹੀਂ ਮੈਂ ਜਾਊਂਗਾ। ਪੰਜਾਬ ਦੇ 142 ਬਲਾਕਾਂ ਦੇ ਵਿੱਚ 81 ਡਾਰਕ ਜ਼ੋਨ, ਯਾਨੀ ਜਿਨ੍ਹਾਂ ਦੀ ਬਹੁਤ ਭੈੜੀ ਹਾਲਤ ਹੋਣੀ ਹੈ, ਉਹਨਾਂ 'ਚੋਂ 31 ਦੀ ਜਿਹੜੀ ਸਥਿਤੀ ਆ ਉਹ ਬੜੀ ਚਿੰਤਾਜਨਕ ਆ। 32 ਗ੍ਰੇ ਜ਼ੋਨ ਆ, ਯਾਨੀ ਥੋੜ੍ਹੇ ਥੋੜ੍ਹੇ ਸੈਂਕੜੇ ਨਾ ਸਾਂਭਲੇ ਤਾਂ ਉਹਨੇ ਵੀ ਮਰ ਮੁੱਕ ਜਾਣਾ। 28 ਦੀ ਹਾਲਤ ਕੁਝ ਸਵੱਲੀ ਹੈ, ਪਰ ਉਹ ਗਰੰਟੀ ਸ਼ੁਦਾ ਨਹੀਂ। ਬੜਾ ਫਿਕਰਮੰਦੀ ਦੀ ਗੱਲ ਵਾਪਰਨ ਜਾ ਰਹੀ ਹੈ, ਪਰ ਇਹਦਾ ਦੋਸ਼ੀ ਕੌਣ? ਅਚੇਤ ਤੌਰ 'ਤੇ ਅਸੀਂ ਵੀ, ਪਰ ਸੁਚੇਤ ਤੌਰ 'ਤੇ ਸਾਡਾ ਸਿਸਟਮ, ਧਨ ਕੁਬੇਰ ਤੇ ਹਾਕਮ ਜਮਾਤਾਂ। ਧਰਤੀ, ਹਾਂ, ਸਵਰਗ ਹੈ ਜਾਂ ਨਹੀਂ? ਸਵਰਗ ਨੂੰ ਐਂ ਤਸੱਵਰ ਕੀਤਾ ਜਾਂਦਾ, ਅਸਲਾਮ ਵਾਲੇ ਐਂ ਤਸੱਵਰ ਕਰਦੇ ਆ ਕਿ ਉੱਥੇ ਪਾਣੀ ਦੀਆਂ ਨਦੀਆਂ ਵਗਦੀਆਂ, ਕਿਉਂ ਉਹ ਫੇਸ ਕਰ ਰਹੇ ਆ ਪਾਣੀ ਦੇ ਟੰਗੀਆਂ ਤੋੜਿਆਂ ਨੂੰ। ਉਹ ਐਂ ਸੋਚਦੇ ਆ ਵੀ ਸਵਰਗ 'ਚ ਬੜੀ ਹਰਿਆਲੀ ਆ ਤੇ ਪਾਣੀ ਦਾ ਕੋਈ ਅੰਤ ਨਹੀਂ। ਪਰ ਸਵਰਗ ਹੈ ਜਾਂ ਨਹੀਂ, ਇਹ ਬਹਿਸ ਦਾ ਵਿਸ਼ਾ ਹੈ। ਪਰ ਸੱਜਣੋਂ, ਅਸੀਂ ਰਲ ਮਿਲ ਕੇ ਇਹ ਧਰਤੀ ਜ਼ਰੂਰ ਨਰਕ ਬਣਾ ਦਿੱਤੀ। ਆਓ ਸੰਭਲੀਏ। ਪਰ ਫਿਰ ਮੈਂ ਦੁਬਾਰਾ ਫਿਰ ਕਹੂੰਗਾ ਕਿ ਇਹਨੂੰ ਨਰਕ ਬਣਾਉਣ ਦੇ ਵਿੱਚ ਤੁਹਾਡੇ ਨਾਲੋਂ ਹਾਕਮ ਜਮਾਤਾਂ ਦਾ ਵੱਡਾ ਹਿੱਸਾ ਆ, ਜਿਨ੍ਹਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਤਿੱਖੇ ਭੀੜਾਂ ਦੇ ਵਿੱਚ ਪੈਣਾ। ਪਾਣੀ ਨੂੰ ਮੁੱਖ ਤੌਰ 'ਤੇ ਅਸੀਂ ਪੀਣ ਵਾਲਾ, ਪੀਣ ਲਈ ਸਮਝਦੇ ਹਾਂ, ਜਾਂ ਫਿਰ ਅਸੀਂ ਐਂ ਸਮਝਦੇ ਹਾਂ ਕਿ ਇਹਦੇ ਨਾਲ ਖੇਤ ਸਿੰਜੇ ਜਾਂਦੇ ਆ ਅਤੇ ਖੇਤਾਂ 'ਚੋਂ ਸਾਨੂੰ ਖਾਣ ਪੀਣ ਦੀਆਂ ਵਸਤਾਂ ਮਿਲਦੀਆਂ ਅਤੇ ਉਹਨਾਂ ਵਸਤਾਂ ਕਰਕੇ ਅਸੀਂ ਜਿੰਦਾ ਹਾਂ। ਅਤੇ ਜੇ ਪਾਣੀ ਖਤਮ ਹੋ ਗਿਆ ਅਤੇ ਫਿਰ ਉਹ ਪਦਾਰਥ ਪੈਦਾ ਨਹੀਂ ਹੋਣਗੇ ਅਤੇ ਅਸੀਂ ਮਾਰੇ ਜਾਵਾਂਗੇ।
ਅਸੀਂ ਇੰਨਾ ਕੁ ਨਹੀਂ। ਮੇਰੇ ਮੁਲਕ ਦੇ ਵਿੱਚ 62% ਹਿੱਸਾ ਜਿਹੜਾ ਕੁੱਲ ਪਾਣੀ ਦਾ ਉਹ ਸਿੰਚਾਈ ਲਈ ਵਰਤਿਆ ਜਾਂਦਾ। 20% ਜਿਹੜਾ ਪਾਣੀ ਆ ਵਗਦਾ ਜਾਂ ਧਰਤੀ ਹੇਠਲਾ ਉਦਯੋਗ ਵਰਤਦੇ ਆ, ਬਣ ਗਿਆ 82%। 18% ਪਾਣੀ ਅਸੀਂ ਹੋਰ ਕਾਰਜਾਂ ਲਈ, ਪੀਣ ਲਈ, ਘਰੇਲੂ ਕਾਰਜਾਂ ਲਈ, ਡੰਗਰਾਂ ਪਸ਼ੂਆਂ ਦੇ ਲਈ ਉਹਨਾਂ ਦੇ ਵਰਤਦੇ ਹਾਂ। ਇਹਦੀ ਵਿਆਖਿਆ ਅੱਡ ਅੱਡ ਕੀਤੀ ਜਾ ਸਕਦੀ ਹੈ। ਪਰ ਜਿਸ ਵੇਲੇ ਅਸੀਂ 62% ਦੀ ਗੱਲ ਕਰਦੇ ਹਾਂ ਵੀ ਉਹ ਖੇਤੀ ਲਈ ਵਰਤਿਆ ਜਾਂਦਾ, ਤਾਂ ਫਿਰ ਜਲ ਸੰਕਟ ਲਈ ਖੇਤੀ ਨੂੰ ਜਾਂ ਕਹਿ ਲਓ ਕਿਸਾਨਾਂ ਨੂੰ ਦੋਸ਼ੀ ਠਹਿਰਾ ਦਿੱਤਾ ਜਾਂਦਾ। ਇਵੇਂ ਨਹੀਂ ਗੱਲ। ਤੁਸੀਂ ਕਹੋਗੇ ਕਿ ਗੱਲ ਇਵੇਂ ਹੀ ਹੈ। 62% ਨਾਲ ਖੇਤ ਸਿੰਜੇ ਜਾਂਦੇ ਆ ਤੇ ਬਾਕੀ 38% ਹੋਰ ਕਾਰਜਾਂ ਲਈ ਸਮੇਤ ਉਦਯੋਗ ਵਰਤਿਆ ਜਾਂਦਾ। ਖੇਤੀ ਹੀ ਦੋਸ਼ੀ ਆ ਜਿਹੜਾ ਦੁੱਗਣਾ ਪਾਣੀ ਵਰਤਦੀ ਹੈ। ਗੱਲ ਯਾਰ ਇਵੇਂ ਨਹੀਂ। ਆਮ ਤੌਰ ਤੇ ਖੇਤੀ ਵਿੱਚੋਂ ਵੀ ਝੋਨੇ ਨੂੰ ਪਾਣੀ ਮਕਾਨ ਦਾ ਵੱਡਾ ਕਾਰਕ ਜਿਹੜਾ ਸਮਝ ਲਿਆ ਜਾਂਦਾ। ਇਹ ਗੱਲ ਵੀ ਪੂਰੀ ਸੱਚੀ ਨਹੀਂ, ਭਾਵੇਂ ਕਿ ਇਹ ਗੱਲ ਆਭਾਰ ਦਿੱਤੀ ਗਈ ਆ ਉਹਨਾਂ ਲੋਕਾਂ ਵੱਲੋਂ ਜਲ ਸੰਕਟ ਦੇ ਮੂਲ ਮੁੱਦੇ ਤੋਂ ਸਾਡਾ ਧਿਆਨ ਭਟਕਾਉਣ ਦੇ ਲਈ ਕਿ 1 ਕਿਲੋ ਝੋਨਾ ਪੈਦਾ ਕਰਨੇ ਦੇ ਲਈ 2500 ਤੋਂ ਲੈ ਕੇ 4500 ਲੀਟਰ 1 ਕਿਲੋ ਚੌਲ ਪੈਦਾ ਕਰਨ ਲਈ ਪਾਣੀ ਦੀ ਖਪਤ ਹੋ ਜਾਂਦੀ ਹੈ। ਇਹ ਗੱਲ ਬੜੇ ਜ਼ੋਰ ਨਾਲ ਉਭਾਰੀ ਜਾਂਦੀ ਹੈ। ਮੈਨੂੰ ਵੀ ਲਿਖਣੀ ਪੈਂਦੀ ਹੈ ਕਈ ਲੇਖਾਂ ਦੇ ਵਿੱਚ। ਪਰ ਝੋਨਾ ਲਿਆਇਆ ਕੌਣ? ਝੋਨਾ ਬਰਖੇਈ ਇਲਾਕਿਆਂ ਦੀ, ਨਮੀ ਵਾਲੇ ਇਲਾਕਿਆਂ ਦੀ ਫਸਲ ਆ। ਉਹਨੂੰ ਪੰਜਾਬ ਦੇ ਵਿੱਚ ਜਾਂ ਸੰਯੁਕਤ ਪੰਜਾਬ ਦੇ ਵਿੱਚ ਲੈ ਕੌਣ ਆਇਆ ਤੇ ਕਾਹਤੇ ਲਿਆਇਆ? ਇਹਦੀ ਆੜ 'ਚ ਇੱਦਾਂ ਦਾ ਖੇਤੀ ਪੈਟਰਨ ਸਥਾਪਿਤ ਕਰਨ ਲਈ ਦੇ ਪਿੱਛੇ ਉਹਨਾਂ ਦੇ ਕੀ ਹਿੱਤ ਸੀ? ਸਾਨੂੰ ਕਿਵੇਂ ਗੁੰਮਰਾਹ ਕਰ ਲਿਆ? ਸਾਨੂੰ ਰਸਾਇਣਿਕ ਖੇਤੀ ਵੱਲ, ਮਸ਼ੀਨਰੀ ਵੱਲ, ਉਹਦੇ ਪੱਖ ਵੱਲ ਕਿਵੇਂ ਨਠਾ ਲਿਆ? ਸਾਡੇ ਕਿੱਦਾਂ ਲੁੱਟ ਚੌਂਗ ਹੋ ਗਈ? ਇਹ ਵੀ ਇੱਕ ਬੜਾ ਕਮਾਲ ਦਾ ਵਿਸ਼ਾ ਹੈ ਜਿੱਥੇ ਗੱਲ ਕਰਨ ਦੀ ਬਣਦੀ ਹੈ। ਉਹ ਇੱਕ ਗੱਲ ਹੋਰ ਵੀ ਉਭਾਰਦੇ ਆ ਕਿ ਝੋਨੇ ਦੀ ਜਿਹੜੀ ਬੰਪਰ ਕ੍ਰੌਪ ਆ ਉਹ 25 ਕੁਇੰਟਲ ਪ੍ਰਤੀ ਏਕੜ ਆ। ਸਭ ਨਾਲੋਂ ਵੱਧ ਪ੍ਰੋਡਕਸ਼ਨ ਇਹਦੀ ਹੁੰਦੀ ਹੈ। ਜਿਹੜੀ ਹੁਣ ਖੜੋਤ ਦਾ ਸ਼ਿਕਾਰ ਹੋ ਗਈ, ਅਸੀਂ ਪਿੱਛੇ ਨੂੰ ਮੁੜ ਰਹੇ ਹਾਂ। ਉਨੀ ਪੈਦਾ ਕਰਨੇ ਦੇ ਲਈ ਇੱਕ ਏਕੜ 1 ਅਰਬ 12 ਕਰੋੜ 50,000 ਲੀਟਰ ਪਾਣੀ ਦੀ ਖਪਤ ਕਰ ਦਿੰਦਾ। ਜਿਸ ਵੇਲੇ ਤੁਸੀਂ ਇਹ ਅੰਕੜਾ ਲੋਕਾਂ ਕੋਲ ਲੈ ਕੇ ਜਾਓਗੇ ਤਾਂ ਫਿਰ ਕਿਸਾਨ ਤੁਹਾਡੇ ਗੁੱਸੇ ਦਾ ਸ਼ਿਕਾਰ ਬਣ ਜਾਣਗੇ ਕਿ ਜਲ ਸੰਕਟ ਦਾ ਦੋਸ਼ੀ ਇਹ ਹੈ। ਗੱਲ ਇਵੇਂ ਜਦ ਝੋਨਾ ਦਾ ਸੀਜ਼ਨ ਹੁੰਦਾ ਉਦੋਂ ਮੀਂਹ ਵੀ ਪੈਂਦੇ ਆ। ਇਹ ਅੱਡ ਗੱਲ ਆ ਕਿ ਮੀਂਹਾਂ ਦਾ ਪਾਣੀ ਹੋਣਾ ਉਸ ਰੂਪ ਦੇ ਵਿੱਚ ਧਰਤੀ ਹੇਠ ਨਹੀਂ ਜਾਂਦਾ ਜਿਵੇਂ ਜਾਣਾ ਚਾਹੀਦਾ ਸੀ। ਇਹਦੇ ਬਹੁਤ ਸਾਰੇ ਕਾਰਨ। ਖੇਤਾਂ ਦਾ ਫਰਸ਼ ਨੂੰ ਪੱਕਿਆ ਹੋ ਜਾਣਾ, ਰਸਾਇਣਿਕ ਖੇਤੀ ਕਰਕੇ ਉਹਦੇ ਮਸਾਮ ਮਰ ਜਾਣੇ, ਸਾਡੀਆਂ ਖਾਦਾਂ ਦਵਾਈਆਂ ਦਾ, ਸਾਡੇ ਵਾਹਨਾਂ ਦਾ ਧੂੰਆਂ, ਸਾਡੇ ਕਾਰਖਾਨਿਆਂ ਦਾ ਧੂੰਆਂ ਨਾਲ ਗਲੋਬਲ ਵਾਰਮਿੰਗ ਹੋ ਜਾਣੀ, ਆਲਮੀ ਤਪਸ਼ ਵੱਧ ਜਾਣੀ ਤੇ ਵਰਖਾ ਦਾ ਟਿਲਟ ਹੋ ਜਾਣਾ।
ਜ਼ਮੀਨ ਦੀ ਪਕਿਆਈ ਹੋਣ ਕਰਕੇ ਧਰਤੀ 'ਚ ਪਾਣੀ ਘਟ ਜਾਣਾ, ਬਹੁਤ ਸਾਰੇ ਕਾਰਨ ਆ। ਲੰਬੀ ਗੱਲ ਇਹ 'ਤੇ ਕੀਤੀ ਜਾ ਸਕਦੀ ਹੈ, ਪਰੰਤੂ ਕਿਉਂਕਿ ਵਗਦੇ ਪਾਣੀਆਂ ਨੂੰ ਦੀ ਅਸੀਂ ਨਹਿਰੀ ਰੂਪ 'ਚ ਡਿਵੈਲਪਮੈਂਟ ਨਹੀਂ ਕੀਤੀ, ਕਈ ਕਾਰਨਾਂ ਕਰਕੇ ਟਿਊਬਵੈੱਲ ਕਲਚਰ ਪੈਦਾ ਕਰ ਦਿੱਤਾ। ਧਰਤੀ ਹੇਠੋਂ ਪਾਣੀ ਅੰਧਾ ਧੁੰਦ ਬੇਕਿਰਕ ਕੱਢਣਾ ਸ਼ੁਰੂ ਕਰ ਲਿਆ, ਜਿਨ੍ਹਾਂ ਸਾਡੀਆਂ ਤੱਗੀਆਂ ਖਤਮ ਹੋਈਆਂ। ਪਰ ਇੱਕ ਮੋੜਵਾਂ ਵੀ ਵਿਗਿਆਨ ਦਾ ਅਸੂਲ ਆ ਪਾਣੀ ਨਾਲ ਸੰਬੰਧਿਤ ਵਾਟਰ ਹਾਈਡ੍ਰੋਲੋਜੀ ਦਾ, ਕਿ ਜੇ ਅਸੀਂ ਧਰਤੀ ਹੇਠੋਂ 50% ਪਾਣੀ ਖਿੱਚੀਏ ਤਾਂ 100% ਸਾਨੂੰ ਪਾਣੀ ਧਰਤੀ ਹੇਠ ਰੀਚਾਰਜ ਕਰਨਾ ਲਾਜ਼ਮੀ ਹੈ ਜਾਂ ਹੋਣਾ ਚਾਹੀਦਾ। ਪਰ ਜੇ ਅਸੀਂ 70% ਪਾਣੀ ਧਰਤੀ 'ਚੋਂ ਖਿੱਚੀਏ, ਉਹ ਖਤਰੇ ਦੀ ਨਿਸ਼ਾਨੀ ਹੈ। ਪਰ ਜੇ ਅਸੀਂ 100% ਪਾਣੀ, ਜਿੱਦਾਂ ਧਰਤੀ 'ਚ ਪਾਣੀ ਰੀਚਾਰਜ ਹੁੰਦਾ ਉਨਾ ਹੀ ਪਾਣੀ ਅਸੀਂ ਧਰਤੀ 'ਚੋਂ ਖਿੱਚਣਾ ਸ਼ੁਰੂ ਕਰ ਲਈਏ ਤਾਂ ਫਿਰ ਹਾਲਤ ਬੜੀ ਭੀਸ਼ਣ। ਪਰੰਤੂ ਅਸੀਂ ਧਰਤੀ ਹੇਠੋਂ ਪੰਜਾਬ ਦੇ ਵਿੱਚ ਸਾਰੀਆਂ ਬੈਲਟਾਂ 'ਚ ਐਵਰੇਜ 146% ਪਾਣੀ ਖਿੱਚ ਰਹੇ ਹਾਂ। ਵੀ ਆਮਦਨ 100 ਰੁਪਈਆ ਤੇ ਖਰਚਾ 146 ਰੁਪਈਏ, ਪਰ ਕਈ ਬੈਲਟਾਂ 'ਚ 200% ਵੀ ਪਾਣੀ ਧਰਤੀ ਹੇਠੋਂ ਖਿੱਚਿਆ ਜਾ ਸਕਦਾ। ਪਰ ਕੀ ਇਕੱਲਾ ਝੋਨੇ ਲਈ ਖਿੱਚਿਆ ਜਾਂਦਾ ਪਾਣੀ ਧਰਤੀ ਹੇਠੋਂ? ਨਹੀਂ, ਉਦਯੋਗ ਵੀ ਖਿੱਚਦੇ ਆ, ਉਹ ਖਿੱਚਦੇ ਵੀ ਆ ਤੇ ਮਾੜਾ ਪਾਣੀ ਫਿਰ ਧਰਤੀ 'ਚ ਇੰਜੈਕਟ ਵੀ ਕਰਦੇ ਆ ਜਾਂ ਸਾਡੇ ਵਗਦੇ ਜਲ ਵਹਿਣਾਂ 'ਚ ਵੀ ਬਹਾ ਦਿੰਦੇ ਆ। ਮੈਂ ਤੁਹਾਨੂੰ ਇੱਕ ਉਦਾਹਰਨ ਦਊਂਗਾ ਕਿ ਪਿਛਲੇ ਸਾਲ ਦੇ ਅੰਕੜਿਆਂ ਦੇ ਮੁਤਾਬਕ ਸਾਡੇ ਮੁਲਕ ਦੀ ਧਰਤੀ 'ਚੋਂ ਕੋਕਾ ਕੋਲਾ ਕੰਪਨੀ ਨੇ 344 ਅਰਬ ਲੀਟਰ ਪਾਣੀ ਧਰਤੀ ਹੇਠੋਂ ਕੱਢਿਆ। 1 ਲੀਟਰ ਸੌਫਟ ਡਰਿੰਕ ਬਣਾਉਣ ਦੇ ਲਈ 20 ਲੀਟਰ ਪਾਣੀ ਦੀ ਖਪਤ ਹੋ ਜਾਂਦੀ ਹੈ, ਯਾਨੀ 19 ਲੀਟਰ ਜਾਇਆ ਜਾਂਦਾ। ਉਹ ਨਿਰਮਲ ਪਾਣੀ ਨਹੀਂ ਜਾਇਆ ਜਾਂਦਾ, ਉਹ ਟੌਕਸਿਕ ਹੁੰਦਾ, ਜਾਣੀ ਉਹ 'ਚ ਜ਼ਹਿਰਾਂ ਹੁੰਦੀਆਂ। ਉਹਨੂੰ ਮੁੜ ਕੇ ਫਿਰ ਧਰਤੀ 'ਚ ਇੰਜੈਕਟ ਕਰ ਦਿੱਤਾ ਜਾਂਦਾ ਜਾਂ ਫਿਰ ਉਹ ਜਲ ਵਹਿਣਾਂ ਰਾਹੀਂ ਸਮੁੰਦਰ 'ਚ ਚਲੇ ਜਾਂਦਾ। ਜਲ ਵਹਿਣਾਂ ਰਾਹੀਂ 100 ਕਮਰਿਆਂ ਵਾਲਾ ਇੱਕ ਲਗਜ਼ਰੀ ਹੋਟਲ, ਜਿਹਦੇ 'ਚ ਰਹਿਣਾ ਅਸੀਂ ਸੁਪਨਿਆਂ ਵਿੱਚ ਵੀ ਸੋਚ ਨਹੀਂ ਸਕਦੇ, ਉਹ $665 ਲੱਖ ਲੀਟਰ ਜਿਹੜਾ ਪਾਣੀ ਹੈ ਇੱਕ ਮਹੀਨੇ ਦਾ ਵਰਤਣਾ, ਜਦੋਂ ਅਸੀਂ ਸੁਪਨਿਆਂ 'ਚ ਨਹੀਂ ਸੋਚ ਸਕਦੇ। ਇੱਕ ਯੂਨਿਟ ਵਹੀਕਲ, ਜਿਹਨੂੰ ਤੁਸੀਂ ਕਾਰ ਕਹਿ ਸਕਦੇ ਆ, ਉਹਨੂੰ ਤਿਆਰ ਕਰਨੇ ਦੇ ਲਈ 4 ਲੱਖ ਲੀਟਰ ਪਾਣੀ ਦੀ ਖਪਤ ਹੋ ਜਾਂਦੀ ਹੈ। ਇੱਕ ਰਿਮ ਕਾਗਜ਼ ਤਿਆਰ ਕਰਨੇ ਦੇ ਲਈ 150 ਲੀਟਰ ਪਾਣੀ ਦੀ ਖਪਤ ਹੋ ਜਾਂਦੀ ਹੈ। 1 ਕਿਲੋ ਚੀਨੀ ਪੈਦਾ ਕਰਨੇ ਦੇ ਲਈ 2000 ਲੀਟਰ ਪਾਣੀ ਦੀ ਖਪਤ ਹੋ ਜਾਂਦੀ ਹੈ। ਹੁਣ ਇਹਨੂੰ ਇਸ ਰੂਪ 'ਚ ਨਾ ਲਾਓ ਵੀ ਕਿਲੋ ਖੰਡ ਲਿਫਾਫੇ, ਉਹ ਹੈਗਾ ਪ੍ਰੋਡਕਸ਼ਨ ਕਰਨੀ, ਹਾਈਬ੍ਰਿਡ ਬੀਜ, ਖਾਦਾਂ ਦਵਾਈਆਂ ਦੇ ਰੂਪ 'ਚ, ਸਿੰਚਾਈ ਦੇ ਰੂਪ 'ਚ, ਬੜੀ ਲੰਮੀ ਪ੍ਰਕਿਰਿਆ, ਖੰਡ ਬਣਾਉਣ ਦੀ ਪ੍ਰਕਿਰਿਆ ਦੇ ਰੂਪ ਦੇ ਵਿੱਚ। ਪਰ ਉਹ ਸਾਡੇ ਲਈ ਜ਼ਰੂਰੀ ਆ, ਖਾਦ ਪਦਾਰਥ ਜ਼ਰੂਰੀ ਆ। ਜੇ ਕੋਈ ਮੈਂ ਕਹਾਂ ਕਿ 1 ਕਿਲੋ ਦੁੱਧ ਪੈਦਾ ਕਰਨੇ ਦੇ ਲਈ 15000 ਲੀਟਰ ਪਾਣੀ ਦੀ ਖਪਤ ਹੋ ਜਾਂਦੀ ਹੈ, ਉਹ ਜ਼ਰੂਰੀ ਹੈ। ਪਰ ਇਹ ਕਿੱਥੇ ਲਿਖਿਆ ਹੈ ਕਿ 1 ਪੈਕੇਟ ਸ਼ਰਾਬ ਤਿਆਰ ਕਰਨੇ ਦੇ ਲਈ
25 ਲੀਟਰ ਪਾਣੀ ਦੀ ਖਪਤ ਕਰ ਦਈਏ। ਇੱਕ ਪੈਕੇਟ ਕਿੰਨੀ ਸ਼ਰਾਬ ਹੁੰਦੀ ਹੈ ਮੈਨੂੰ ਤਾਂ ਪਤਾ ਨਹੀਂ, ਕੋਈ ਔਂਸਾਂ ਦੀਆਂ ਤੇ ਦੱਸਦੇ ਆ। ਇੱਕ ਪੈਕੇਟ ਤਿਆਰ ਕਰਨੇ ਦੇ ਲਈ 25 ਲੀਟਰ ਪਾਣੀ ਦੀ ਖਪਤ ਹੋ ਜਾਂਦੀ। ਤੇ ਉਹ ਕਿੱਥੇ ਜਾਂਦਾ ਪਾਣੀ? ਉਹ ਫਿਰ ਪੰਜਾਬ 'ਚ ਵੀ ਰੌਲਾ ਪੈਂਦਾ ਸ਼ਰਾਬ ਦੇ ਕਾਰਖਾਨਿਆਂ ਨੂੰ, ਕਿ ਉਹ ਪਾਣੀ ਕਿੱਥੇ ਸੁੱਟਦੇ ਆ? ਧਰਤੀ 'ਚ ਭੇਜਦੇ ਆ ਕਿ ਜਲ ਬਹਿਣਾ 'ਚ ਵਗਾਉਂਦੇ। ਤੇ ਫਿਰ ਘਰਾਂ ਦੇ ਧੰਨ ਲੈ ਲਓ, ਸਾਨੂੰ ਡਰਾ ਲਿਆ ਪਾਣੀ ਦੇ ਨਾਂ 'ਤੇ। ਧੜਾ ਧੜ ਅਸੀਂ RO ਲਾ ਲਿਆ। ਵੱਡੇ ਫਿਲਟਰਾਂ ਦੀ ਨਹੀਂ ਮੈਂ ਗੱਲ ਕਰਦਾ। ਇੱਕ ਗਲਾਸ ਪਾਣੀ ਜਿਸ ਤੁਸੀਂ RO 'ਚੋਂ ਭਰ ਕੇ ਪੀਂਦੇ ਆ, ਮੈਨੂੰ ਨਹੀਂ ਲੱਗਦਾ ਤੁਸੀਂ ਤੁਹਾਡੇ ਜੋ ਕਿੰਨੇ ਧਿਆਨ ਦਿੱਤਾ ਹੋਊਗਾ, 4 ਤੋਂ 5 ਗੁਣਾ ਪਾਣੀ ਵੇਸਟ ਹੋ ਜਾਂਦਾ ਇੱਕ RO 'ਚ। ਬੜਾ ਕੁਝ ਆ ਜਿਹੜਾ ਗਿਣਾਇਆ ਜਾ ਸਕਦਾ ਕਿ ਇਕੱਲਾ ਕਿਸਾਨਾਂ ਨੂੰ, ਖੇਤੀ ਨੂੰ ਹੀ ਦੋਸ਼ੀ ਨਾ ਠਹਿਰਾਓ। ਬਹੁਤ ਕੁਛ ਬਾਰੇ ਸਮਝਣ ਦੀ ਜਿਹੜੀ ਲੋੜ। ਸਿੰਚਾਈ 'ਚ ਵਿਗਿਆਨਕ ਤਰੀਕੇ ਨਹੀਂ ਲੈ ਕੇ ਆਏ, ਪਾਣੀ ਬਚਾਇਆ ਜਾ ਸਕਦਾ। ਸਾਨੂੰ ਹੋਰ ਤਰ੍ਹਾਂ ਦੇ ਉਪਦਾਨਾਂ ਦੇ ਲਾਲਚ ਦੇ ਦਿੱਤਾ। ਉਹਨੇ ਆਪਣੇ ਹਿੱਤਾਂ ਦੀ ਖਾਤਰ ਉੱਧਰ ਨਠਾ ਲਿਆ, ਪਰ ਉਹਨੇ ਕੁਛ ਕਲਚਰ ਜਿਹੜੇ ਡਿਵੈਲਪ ਨਹੀਂ ਕੀਤੇ। ਅੰਡਰਗਰਾਊਂਡ ਪਾਈਪਲਾਈਨ ਜਿਹਨੂੰ ਕਹਿੰਦੇ ਜ਼ਮੀਨ ਦੀ ਸਿੰਚਾਈ ਨਾਲੀਆਂ, ਉਹਦੇ ਨਾਲ 25 ਤੋਂ 35% ਜਿਹੜਾ ਪਾਣੀ ਦੀ ਬਚਤ ਹੋ ਜਾਂਦੀ ਹੈ। 25 ਤੋਂ 35%। ਫੁਆਰਾ ਸਿੰਚਾਈ ਦੇ ਨਾਲ 50 ਤੋਂ 65% ਪਾਣੀ ਦੀ ਬਚਤ ਹੋ ਜਾਂਦੀ ਹੈ। ਤੇ ਤੁਪਕਾ ਸਿੰਚਾਈ ਦੇ ਨਾਲ 80 ਤੋਂ 90% ਜਿਹੜਾ ਪਾਣੀ ਬਚ ਜਾਂਦਾ। ਇਹ ਕਲਚਰ ਕਿਉਂ ਨਹੀਂ ਡਿਵੈਲਪ ਕੀਤਾ? ਇਹ ਰਹਿਤਾਂ ਕਿਉਂ ਨਹੀਂ ਦਿੱਤੀਆਂ? ਇਹ ਵੀ ਇੱਕ ਸਾਡੇ ਸੋਚਣ ਦਾ ਵਿਸ਼ਾ ਹੈ। ਹੁਣ ਆਈਏ ਇਸ ਗੱਲ ਵੱਲ ਕਿ ਪਾਣੀ ਨੂੰ ਮਕਾਉਂਦਾ ਜਾਂ ਗਡਲਾਉਂਦਾ ਕੌਣ? ਕਿ ਅਸੀਂ ਤੁਸੀਂ ਜਾਂ ਕੋਈ ਹੋਰ? ਨਿਰਸੰਦੇਹ ਅਸੀਂ ਵੀ, ਪਰ ਹੋਰ ਸਾਡਾ ਸਿਸਟਮ ਵੱਡੇ ਧਨ ਕੁਬੇਰ ਜਿਨ੍ਹਾਂ ਨੂੰ ਕਾਰਪੋਰੇਟ ਕਹਿ ਦਿੰਦੇ ਆ, ਮੈਂ ਤਾਂ ਕਹਿੰਦਾ ਹਾਂ ਇਹ ਲਫ਼ਜ਼ ਵਰਤੋ, ਦੇਸੀ ਜਿਹਾ ਸੌਖਾ ਜਿਹਾ, ਤੇ ਹਾਕਮ ਜਮਾਤਾਂ ਉਹ ਬਣਾਉਂਦੀਆਂ ਪਾਣੀ ਨਹੀਂ, ਸਾਡਾ ਵਾਤਾਵਰਨ ਵੀ ਦੂਸ਼ਿਤ ਕਰਦੀਆਂ, ਸਾਡਾ ਆਲਾ ਦੁਆਲਾ। ਕਾਰਖਾਨਿਆਂ ਰਾਹੀਂ ਖਲਾਅ 'ਚ ਭੇਜਿਆ ਜਾਂਦਾ ਧੂੰਆਂ, ਕੁਛ ਉਹ ਪ੍ਰੋਡਕਟ ਪੈਦਾ ਕਰਨੇ ਜਿਨ੍ਹਾਂ ਨੂੰ ਪੈਦਾ ਕੀਤੇ ਤੋਂ ਬਿਨਾਂ ਰੁਕਿਆ ਜਾ ਸਕਦਾ ਕਿ ਜਿਨ੍ਹਾਂ ਬਿਨਾਂ ਸਰ ਸਕਦਾ। ਅੰਨ੍ਹੇਵਾਹ ਵਹੀਕਲ ਕਲਚਰ ਜਿਹਦੇ ਬਿਨਾਂ ਸਰ ਸਕਦਾ। ਸਾਰਿਆਂ ਨਾਲੋਂ ਖਤਰਨਾਕ ਕਾਰਬਨ ਮੋਨੋਆਕਸਾਈਡ ਜਿਹੜਾ ਵਾਤਾਵਰਨ ਨੂੰ ਗੰਧਲਾਉਂਦੀ ਹੈ, ਪਰ ਸਾਡਾ ਉਹਨੇ ਧਿਆਨ ਰੁੱਖਾਂ ਵੱਲ ਨਹੀਂ ਖਿੱਚਿਆ। ਵਾਤਾਵਰਨ ਨੂੰ ਸ਼ੁੱਧ ਕਰਨ ਦੇ ਲਈ ਰੁੱਖਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਰੁੱਖ ਬੜਾ ਕੁਝ ਸਾਨੂੰ ਦਿੰਦੇ। ਇਹ ਖਲਾਅ ਦੇ ਵਿਚਲੀਆਂ ਜ਼ਹਿਰੀਲੀਆਂ ਗੈਸਾਂ ਨੂੰ ਚੂਸਦੇ ਆ, ਇਹ ਸਮਾਂ ਵਾਤਾਵਰਨ ਪੈਦਾ ਕਰਦੇ ਆ, ਇਹ ਮਿੱਟੀ ਦੇ ਸਿਰਜਕ, ਇਹ ਮੀਂਹ ਬਣਾਉਂਦੇ ਆ। ਜੇ ਮਿੱਟੀ ਤੇ ਪਾਣੀ ਆ ਤਦ ਹੀ ਬਨਸਪਤੀ ਅਰਥਾਤ ਜੰਗਲ
ਬਰਖਾ ਦੇ ਸਾਖੀ ਹੈ। ਬਰਖਾ ਪਾਣੀ ਦਾ ਮੁੱਢਲਾ ਸੋਮਾ ਹੈ ਤੇ ਪਾਣੀ ਸਾਡੇ ਜੀਵਨ ਦਾ ਆਧਾਰ ਹੈ। ਪਾਣੀ ਦਾ ਤੇ ਰੁੱਖ ਦਾ ਤੇ ਵਾਤਾਵਰਨ ਦਾ ਆਪਸੀ ਬਹੁਤ ਅੰਤਰ ਸੰਬੰਧ ਲੁਕਮਾ ਤੇ ਜ਼ਹਿਰਾ ਦੇ ਤੌਰ ਤੇ ਤਾਂ ਅਸੀਂ ਐਂ ਜਾਣਦੇ ਹਾਂ ਕਿ ਰੁੱਖ ਸਾਨੂੰ ਫਲ ਦਿੰਦੇ ਆ, ਸਾਨੂੰ ਛਾਂ ਦਿੰਦੇ ਆ, ਇਹਨਾਂ 'ਤੇ ਪੰਛੀ ਟਿਕ ਜਾਂਦੇ ਆ, ਹਵਾ ਵਗਣ ਲੱਗ ਪੈਂਦੀ ਆ। ਹਵਾ ਵਗਣ ਦੇ ਹਾਲਾਂਕਿ ਕਾਰਨ ਕੋਈ ਹੋਰ ਆ, ਪਰ ਰੁੱਖ ਹੋਰ ਵੀ ਬੜਾ ਕੁਝ ਦਿੰਦੇ ਆ। ਕਰੋਨਾ ਪੀਰੀਅਡ ਦੇ ਵਿੱਚ ਆਕਸੀਜਨ ਦੀ ਬੜੀ ਗੱਲ ਚੱਲੀ। ਆਕਸੀਜਨ ਦੀ ਘਾਟ ਹੋ ਗਈ। ਆਕਸੀਜਨ ਨਾ ਮਿਲਣ ਦੇ ਕਾਰਨ ਮੌਤਾਂ ਹੋ ਗਈਆਂ। ਆਕਸੀਜਨ ਦੇ ਰੂਪ 'ਚ ਪ੍ਰਾਈਵੇਟ ਹਸਪਤਾਲਾਂ ਨੇ ਬੜੀ ਲੁੱਟ ਕੀਤੀ, ਬੜੀ ਚਰਚਾ ਚੱਲੀ। ਸਾਡੇ ਜ਼ਿਹਨ 'ਚ ਆਕਸੀਜਨ ਆ ਗਈ, ਪਰ ਆਕਸੀਜਨ ਦਾ ਮੁੱਖ ਸਰੋਤ ਰੁੱਖ। ਇੱਕ ਮਨੁੱਖ ਨੂੰ ਰੋਜ਼ਾਨਾ 3 ਸਿਲੰਡਰਾਂ ਜਿੰਨੀ ਆਕਸੀਜਨ ਦੀ ਲੋੜ ਪੈਂਦੀ ਹੈ। ਇੱਕ ਆਕਸੀਜਨ ਦੇ ਗੈਸ ਸਿਲੰਡਰ ਦੇ ਵਿੱਚ 9 ਕਿਲੋ ਗੈਸ ਹੁੰਦੀ ਹੈ, ਪੌਂਡਾਂ 'ਚ ਹੁੰਦੀ ਹੈ 9 ਕਿਲੋ। 1 ਕਿਲੋ ਆਕਸੀਜਨ ਦੀ ਕੀਮਤ 700 ਰੁਪਏ ਹੈ। 3 ਸਿਲੰਡਰਾਂ ਦੀ ਜਿਹੜੀ ਆਕਸੀਜਨ ਆ, 3 ਸਿਲੰਡਰਾਂ ਜਿੰਨੀ ਆਕਸੀਜਨ ਅਸੀਂ ਰੋਜ਼ ਵਰਤਦੇ ਹਾਂ, ਉਹਦੀ ਕੀਮਤ ਬਣ ਗਈ 2100 ਰੁਪਈਆ। ਯਾਨੀ 2100 ਰੁਪਏ ਦੀ ਆਕਸੀਜਨ ਅਸੀਂ ਰੋਜ਼ ਵਰਤਦੇ ਹਾਂ। ਸਾਡੇ ਮੁਲਕ ਦੇ ਜਿਹੜੇ ਬੰਦੇ ਦੀ ਔਸਤਨ ਉਮਰ ਕੱਢੀ ਉਹ 65 ਸਾਲ ਕੱਢੀ ਹੈ। ਹੁਣ ਤੁਸੀਂ 2100 ਨੂੰ ਗੁਣਾ ਕਰੋ 365 ਨਾਲ, ਵੀ ਸਾਲ 'ਚ ਅਸੀਂ ਕਿੰਨੇ ਰੁਪਏ ਦੀ ਆਕਸੀਜਨ ਵਰਤੀ। ਤੇ ਜਿੰਨਾ ਜਵਾਬ ਆਇਆ ਉਹਨੂੰ ਆਪਣੀ ਔਸਤਨ ਉਮਰ 65 ਨਾਲ ਗੁਣਾ ਕਰ ਲਓ, ਇਹ ਕਿੰਨਾ ਰੁਪਈਆ ਬਣ ਗਿਆ। ਇੰਨੇ ਦੀ ਅਸੀਂ ਆਕਸੀਜਨ ਆਪਣੀ ਤਾਂ ਜ਼ਿੰਦਗੀ ਦੇ ਵਿੱਚ ਵਰਤਦੇ ਹਾਂ। ਕੌਣ ਦਿੰਦਾ ਇਹ? ਰੁੱਖ। ਕਿਵੇਂ ਦਿੰਦੇ ਆ? ਮੁਫਤ। ਤੇ ਇਹ ਗੱਲ ਸਾਡੇ ਚੇਤੇ ਆਉਂਦੀ। ਤੇ ਇੱਕ ਹੋਰ ਅੰਕੜਾ, ਇੱਕ ਬੰਦੇ ਨੂੰ ਜਿਹੜੀ ਕੈਲਕੂਲੇਸ਼ਨ ਹੈ ਉਹਦੇ ਮੁਤਾਬਕ 16 ਭਰਪੂਰ ਰੁੱਖਾਂ ਦੀ ਪੈਦਾ ਕੀਤੀ ਹੋਈ ਆਕਸੀਜਨ ਦੀ ਮਾਤਰਾ ਬਰਾਬਰ ਆਪਣੀ ਜ਼ਿੰਦਗੀ 'ਚ ਇਸ ਅਮੁੱਲੀ ਗੈਸ ਦੀ ਸਾਹ ਲੈਣ ਲਈ ਲੋੜ ਪੈਂਦੀ ਹੈ। ਇਹਦਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਸਾਡਾ ਫਰਜ਼ ਬਣ ਜਾਂਦਾ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ 16 ਰੁੱਖ ਤਾਂ ਜ਼ਰੂਰ ਉਗਾ ਕੇ ਹੋਰਨਾਂ ਲਈ ਜਾਂ ਘੱਟੋ ਘੱਟ ਆਪਣੇ ਵਾਰਸਾਂ ਲਈ ਛੱਡ ਜਾਈਏ। ਇਹ ਸਾਡਾ ਫਰਜ਼ ਬਣਦਾ। ਜੇ ਖੇਤ ਬੰਨਾ ਹੈ ਨਹੀਂ ਤਾਂ ਕਿਸੇ ਸਾਂਝੇ ਥਾਂ ਲਾ ਦਿਓ। ਜੇ ਪਿੰਡ 'ਚ ਵੀ ਸਾਂਝਾ ਥਾਂ ਹੈ ਨਹੀਂ ਤਾਂ ਕਿਸੇ ਸੜਕ 'ਤੇ, ਟਰੈਕ 'ਤੇ, ਟੋਭੇ ਕੰਢੇ ਤੁਸੀਂ ਕਿਤੇ ਵੀ ਲਾ ਸਕਦੇ। ਤੇ ਇੱਕ ਗੱਲ ਹੋਰ, ਜੇ ਘਰ ਦੇ ਦੁਆਲੇ ਜਾਂ ਘਰ ਵਿੱਚ ਜਾਂ ਘਰ ਦੇ ਨੇੜੇ 10 ਰੁੱਖ ਲੱਗੇ ਹੋਏ ਹੋਣ ਤਾਂ ਬੰਦੇ ਦੀ ਉਮਰ 7 ਸਾਲ ਵੱਧ ਜਾਂਦੀ। ਇਹ ਗੱਲ ਸਾਨੂੰ ਕਿਸੇ ਨੇ ਦੱਸੀ ਨਹੀਂ। ਪਰ ਰੁੱਖ ਕਿਹੜੇ? ਟ੍ਰੈਡੀਸ਼ਨਲ ਰਵਾਇਤੀ, ਜੇ ਉਹ ਹੋਣ, ਰਵਾਇਤੀ ਤੋਂ ਭਾਵ ਉਹ ਕਿ ਸਾਡੇ ਮੌਸਮਾਂ ਦੇ ਮੁਤਾਬਕ, ਸਾਡੀਆਂ ਭੂਗੋਲਿਕ ਸਥਿਤੀ ਦੇ ਮੁਤਾਬਕ ਜਿਹੜੇ ਕੁਦਰਤੀ ਤੌਰ 'ਤੇ ਜਾਂ ਕੁਦਰਤ ਵੱਲੋਂ ਉਸ ਇਲਾਕੇ ਦੇ ਵਿੱਚ ਖੁਦ ਬਖੁਦ ਪੈਦਾ ਹੋਏ ਹੋਣ ਜਾਂ ਪ੍ਰਫੁੱਲਤ ਹੋ ਸਕਦੇ ਹੋਣ, ਮਾਈਗ੍ਰੇਟਡ ਨਹੀਂ।
ਜਿਹੜੇ ਅਸੀਂ ਐਗਰੋ ਕ੍ਰਾਂਤੀ ਦੇ ਵਿੱਚ ਲੈਣਗੇ। ਤੁਹਾਨੂੰ ਪਤਾ ਕਿ ਇੱਕ ਭਰਪੂਰ ਸਫੈਦਾ 4000 ਲੀਟਰ ਪਾਣੀ ਧਰਤੀ ਵਿੱਚੋਂ ਜਾਂ ਹਵਾ ਦੇ ਵਿੱਚੋਂ ਆਪਣੀ ਪ੍ਰੋਡਕਸ਼ਨ ਲਈ, ਜਿੰਦਾ ਰਹਿਣ ਲਈ ਸੋਖ ਲੈਂਦਾ। 4000 ਲੀਟਰ ਪਾਣੀ। ਪਰ ਉਹਦੇ ਮੁਕਾਬਲੇ ਸਾਡੇ ਮਾਰੂ ਥਲਾਂ ਦੇ ਵਿੱਚ ਪੈਦਾ ਹੋਈ ਕੰਡਿਆਲੀ ਬਨਸਪਤੀ ਵੀ 143 ਤੋਂ 558 ਮਿਲੀਗ੍ਰਾਮ ਨਮੀ ਦਾ ਸੰਚਾਰ ਕਰ ਦਿੰਦੀ। ਕੁਦਰਤ ਨੇ ਉੱਥੋਂ ਦੀ ਭੂਗੋਲਿਕ ਸਥਿਤੀ ਦੇ ਮੁਤਾਬਕ ਜਿਹੜੀ ਇੱਕ ਕੰਡਿਆਲੀ ਬਨਸਪਤੀ ਵੀ ਉੱਥੇ ਪੈਦਾ ਕਰ ਦਿੱਤੀ। ਉਹਨ ਸਾਨੂੰ ਮੋੜਵੇਂ ਰੂਪ ਦੇ ਵਿੱਚ 150 ਤੋਂ ਲੈ ਕੇ 600 ਮਿਲੀਗ੍ਰਾਮ ਤੱਕ ਨਮੀ ਦੇ ਦਿੱਤੀ। ਤੇ ਅਸੀਂ ਹੋਰਾਂ ਦੇ ਆਖੇ ਲੱਗ ਗਏ, ਆਪਣੇ ਲਾਲਚਾਂ ਕਰਕੇ ਸਿਰਫ ਤੇ ਸਿਰਫ ਸਫੈਦਾ ਉਗਾਉਣਾ ਸ਼ੁਰੂ ਕਰ ਦਿੱਤਾ। ਜਿਹੜਾ ਦਲਦਲੀ ਇਲਾਕਿਆਂ ਦੀ ਫਸਲ ਤੇ ਸਿੱਟਾ ਕੀ ਨਿਕਲਿਆ? ਖੁਸ਼ਕ ਰੂਪ ਦੇ ਵਿੱਚ ਖੁਸ਼ਕੀ। 4000 ਲੀਟਰ ਪਾਣੀ ਰੋਜ਼ਾਨਾ ਦੀ ਖਪਤ ਦੇ ਵਿੱਚ ਸਾਨੂੰ ਰਵਾਇਤੀ ਦਰਖਤ ਉਗਾਉਣੇ ਪੈਣੇ। ਉਹਦੇ ਚੋਂ ਹੀ ਤਰਵੈਣੀਆਂ ਦੀ ਵੀ ਗੱਲ ਤੁਰਦੀ ਹੈ। ਚਲੋ ਧਾਰਮਿਕ ਆਸਥਾ ਹੀ ਸਹੀ, ਧਾਰਮਿਕ ਸਿੰਬਲ ਸਹੀ, ਕੋਈ ਗੱਲ ਨਹੀਂ, ਕਿਹਾ ਗਿਆ ਅਪਣਾ ਲੈਣਾ ਚਾਹੀਦਾ। ਲੰਬੀ ਉਮਰ ਹੁੰਦੀ ਹੈ ਇਹਨਾਂ ਦੀ। ਨਿੰਮ ਦਵਾਈਆਂ ਵਾਲਾ ਦਰਖਤ ਸਭ ਨਾਲੋਂ ਵੱਧ ਗਹਿਰਾ ਹੀ ਚੂਸਦਾ। ਨਿੰਮ, ਪਿੱਪਲ ਦੇ ਬੋੜ ਘਣੀ ਛਾਂ ਦੇਣ ਵਾਲੇ ਲੰਬੀ ਉਮਰ ਵਾਲੇ ਦਰਖਤ। ਧਾਰਮਿਕ ਆਸਥਾ ਹੀ ਸਹੀ, ਕੋਈ ਗੱਲ ਨਹੀਂ, ਅਸੀਂ ਇਹਨੂੰ ਵਿਗਿਆਨਕ ਤੌਰ ਤੇ ਲੈਣਾ। ਇਹ ਜ਼ਰੂਰੀ ਬਣ ਜਾਣਾ। ਸਾਡਾ ਫਲਸਫਾ, ਸਾਡੇ ਪੁਰਖੇ ਦਰਖਤਾਂ ਨੂੰ ਮੌੜੀਆਂ ਬੰਨ੍ਹਦੇ ਸੀ, ਇਹਨਾਂ ਦੀ ਪੂਜਾ ਕਰਦੇ ਸੀ। ਇਹਦੇ ਬੜੇ ਡੂੰਘੇ ਅਰਥ। ਇਹ ਅੱਡ ਗੱਲ ਆ ਵੀ ਇਹਨੂੰ ਵਹਿਮਾਂ ਭਰਮਾਂ ਜਾਂ ਧਾਰਮਿਕ ਕਲਚਰ ਦੇ ਨਾਲ ਜੋੜ ਦਿੱਤਾ। ਅਸੀਂ ਚਿੜੀਆਂ ਭੌਣਾਂ ਨੂੰ ਚੋਗਾ ਬੰਦੇ ਸੀ। ਇਹਦੇ ਬੜੇ ਡੂੰਘੇ ਅਰਥ। ਅਸੀਂ ਇਹਨੂੰ ਗ੍ਰਹਿਾਂ ਨਾਲ ਤੇ ਕਿਸਮਤ ਦੇ ਨਾਲ ਜੋੜ ਦਿੱਤਾ, ਆਪਣੇ ਗ੍ਰਹਿ ਤਾਲਮੇਲ ਨਾਲ। ਸਾਹਮਣੇ ਜੋ ਵਾਤਾਵਰਨ ਦੇ ਸੂਖਮ ਜੀਵਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਸਾਨੂੰ ਰਸਾਇਣਕ ਖੇਤੀ ਵੱਲ ਨਠਾ ਦਿਆ। ਦਵਾਈ ਛਿੜਕੋ, ਦੁਸ਼ਮਣ ਕੀੜੇ ਮਾਰੇ ਜਾਣਗੇ। ਇਹ ਦੱਸਿਆ ਇਹਨੇ ਕਿ ਇੱਕ ਦੁਸ਼ਮਣ ਕੀੜਾ ਮਰਨ ਦੇ ਮੁਕਾਬਲੇ ਅਸੀਂ 300 ਕਿਸਮ ਦੇ ਮਿੱਤਰ ਕੀੜਿਆਂ ਦੀ ਬਲੀ ਲੈ ਲੈਂਦੇ ਹਾਂ। ਇਹ ਗੱਲ ਸਾਨੂੰ ਕਿਸੇ ਨੇ ਦੱਸੀ ਨਹੀਂ, ਸਾਨੂੰ ਪੜ੍ਹਾਈ ਗਈ, ਤਜਰਬਿਆਂ 'ਚ ਵੀ ਦੱਸੀ। ਪਰ ਜਦ ਅਸੀਂ ਨੌਕਰੀਆਂ ਕਰਨ ਲੱਗ ਗਏ, ਅਸੀਂ ਉਸ ਸਿਸਟਮ ਦੇ ਧੁੱਤੂ ਬਣ ਗਏ। ਅਸੀਂ ਇਹ ਗੱਲ ਲੁਕੋ ਲਈ। ਅਸੀਂ ਬਹੁ ਕੌਮੀ ਕਾਰਪੋਰੇਸ਼ਨਾਂ ਦੇ ਰਸਾਇਣਕ ਦਵਾਈਆਂ ਦੇ ਤੇ ਬਣਾਉਟੀ ਖਾਦਾਂ ਦੇ ਲੁਕਵੇਂ ਏਜੰਟ ਬਣ ਗਏ। ਅਸੀਂ ਉਹਨਾਂ ਤੋਂ ਕਮਿਸ਼ਨ ਲੱਭੇ ਹਾਂ। ਅਸੀਂ ਇਹ ਗੱਲ ਕਿਸੇ ਨੂੰ ਦੱਸੀ ਨਹੀਂ ਕਿ ਇਹਨਾਂ ਤੁਹਾਡਾ ਕਿੰਨਾ ਕੁਝ ਖੋਹ ਲੈਣਾ। ਅਸੀਂ ਇੱਕ ਗੱਲ ਹੋਰ ਵੀ ਲਗਾਉਂਦੇ,
ਜਿਹੜੀ ਸਾਨੂੰ ਉੱਥੇ ਸਬਜੈਕਟਾਂ ਦੇ ਤੌਰ ਤੇ ਪੜ੍ਹਾਈ ਜਾਂਦੀ ਸੀ। ਝੋਨਾ ਪਾਣੀ ਦੀ ਬੜੀ ਖਪਤ ਕਰਦਾ, ਸਹੀ ਹੈ, ਪਰ ਅਸੀਂ ਇਹ ਸਮਝਾਉਣ 'ਚ ਅਸਫਲ ਰਹਿ ਗਏ ਕਿ ਜੇ 1 ਕਿਲੋ ਚੌਲ ਪੈਦਾ ਕਰਨੇ ਦੇ ਲਈ 3000 ਲੀਟਰ ਪਾਣੀ ਦੀ ਖਪਤ ਹੋ ਜਾਂਦੀ ਹੈ। ਇਹ ਸਾਡਾ ਰਵਾਇਤੀ ਭੋਜਨ ਨੇ ਚੌਲ। ਪਾਣੀ ਦੀ ਬੋਤਲ ਹੁਣ 20 ਰੁਪਏ ਦੀ ਲੀਟਰ ਵਿਕਦੀ ਹੈ। 20 ਰੁਪਈਆਂ ਨੂੰ ਭੁੱਲ ਜਾਓ, ਤੁਸੀਂ 20 ਪੈਸੇ ਯਾਦ ਰੱਖ ਲਓ, ਕਰੋ ਗੁਣਾ 3000 ਲੀਟਰ ਨੂੰ 20 ਪੈਸਿਆਂ ਦੇ ਨਾਲ 600 ਰੁਪਈਆ। ਤੇ ਚੌਲ ਵੇਚੇ ਕਿੰਨੇ ਦੇ, ਝੋਨਾ ਕਿੰਨੇ ਦਾ ਸੀ ਕਿਲੋ ਵੇਚੇ। ਅਸੀਂ ਅਚੇਤ ਤੌਰ ਤੇ ਉਹਨਾਂ ਦੇ ਸੋ ਕਾਲਡ ਗ੍ਰੀਨ ਰੈਵੋਲੂਸ਼ਨ ਦੇ ਸ਼ਿਕਾਰ ਹੋ ਕੇ ਆਪਣੀ ਬਹੁਮੁੱਲੀ ਸੰਪਤੀ ਨੂੰ, ਪਾਣੀ ਨੂੰ ਅਚੇਤ ਤੌਰ ਤੇ ਲੁਟਾ ਬੈਠੇ। ਪਰ ਇਹ ਗੱਲ ਖੇਤੀ ਮਾਹਰਾਂ ਨੇ ਤੇ ਵਿਗਿਆਨੀ ਨੇ ਦੱਸੀ ਨਹੀਂ। ਕਿਉਂ? ਜੇ ਦੱਸੋਗੇ ਤਾਂ ਫਿਰ ਸਫਰ ਕਰੋਗੇ, ਪਰ ਬੀਜ ਨਾਸ ਨਹੀਂ ਹੋਇਆ। ਕਈਆਂ ਨੇ ਦੱਸਣ ਦੀ ਕੋਸ਼ਿਸ਼ ਕੀਤੀ, ਪਰ ਨਾਲ ਇਹ ਨਹੀਂ ਕਿਹਾ ਕਿ ਇਹਦੇ ਲਈ ਕਿਸਾਨ ਦੋਸ਼ੀ ਹੈ। ਨਾਲ ਇਹ ਗੱਲ ਵੀ ਦੱਸੇ ਕਿ ਇਸ ਸਾਰੇ ਪ੍ਰਚਲਨ ਦੇ ਦੋਸ਼ੀ ਕੋਈ ਹੋਰ। ਫਿਰ ਉਹੀ ਗੱਲ ਪੁਰਖਿਆਂ ਵਾਲੀ ਵੀ ਸਾਡੇ ਮੇਲੇ ਨਦੀਆਂ ਕੰਢੇ ਜੁੜਦੇ ਸੀ। ਇਹ ਵੀ ਬੜੀ ਡੂੰਘੀ ਗੱਲ, ਕਿਉਂਕਿ ਸਾਡੀਆਂ ਸਭਤਾਵਾਂ, ਸਾਡੀ ਮੁੱਢਲੀ ਡਿਵੈਲਪਮੈਂਟ, ਸਾਡੇ ਘਰ ਪਾਣੀਆਂ ਕੰਢੇ ਉਸਰੇ। ਪਰ ਨਾਲ ਦੀ ਨਾਲ ਇੱਕ ਇਹ ਵੀ ਗੱਲ ਆ ਕਿ ਅਸੀਂ ਕੰਜਕਾਂ ਨੂੰ ਪੂਜਦੇ ਸੀ। ਕੰਜਕਾਂ ਦਾ ਮਤਲਬ ਵੀ ਅਸੀਂ ਔਰਤ ਜਾਤ ਨੂੰ ਸਲੂਟ ਕਰਦੇ ਸੀ ਤੇ ਔਰਤ ਨੂੰ ਪ੍ਰਿਥਵੀ ਦਾ ਦਰਜਾ ਦਿੱਤਾ ਗਿਆ ਤੇ ਪ੍ਰਿਥਵੀ ਸਾਡੀ ਮਾਂ ਹੈ। ਇਹ ਮੈਂ ਬੜੀਆਂ ਸੌਖੀਆਂ ਟੂਕਾਂ ਲੈਣੀਆਂ, ਜੇ ਵਿਆਖਿਆ ਕਰਨੀ ਹੋਵੇ ਬੜਾ ਲੰਬਾ ਇਹਦੇ ਬਾਰੇ ਤੁਰਿਆ ਜਾ ਸਕਦਾ। ਸਾਡੀ ਜੋ ਧਰਤੀ ਦੇ ਕੁੱਲ ਪਾਣੀ ਆ 100% ਪਾਣੀ, ਉਹਦਾ 96% ਪਾਣੀ ਜਿਹੜਾ ਉਹ ਸਮੁੰਦਰਾਂ 'ਚ ਖਾਰਾ ਪਾਣੀ, ਪੀਣ ਯੋਗ ਨਹੀਂ। ਜੇ ਉਹਨੂੰ ਪੀਣ ਯੋਗ ਬਣਾਉਣਾ ਹੋਵੇ ਤਾਂ ਇੰਨਾ ਮਹਿੰਗਾ ਪੈਣਾ ਕਿ ਸੋਚਿਆ ਹੀ ਨਹੀਂ ਜਾ ਸਕਦਾ। 3% ਪਾਣੀ ਧਰਤੀ ਉੱਤੇ ਖੁਸ਼ਕ ਇਲਾਕੇ ਦੇ ਉੱਤੇ, ਤੇ 0.5% ਜਿਹੜਾ ਪਾਣੀ ਆ ਉਹ ਖਲਾ 'ਚ, ਬਾਸ਼ਪਾਂ ਦੇ ਰੂਪ 'ਚ, ਗੈਸਾਂ ਦੇ ਰੂਪ 'ਚ। ਜਿਹੜਾ ਸਾਡਾ 3% ਪਾਣੀ ਧਰਤੀ ਉੱਤੇ ਹੈ, ਚਾਹੇ ਉਹ ਵਗਦਾ ਆ ਨਦੀਆਂ ਦਰਿਆਵਾਂ ਦੇ ਰੂਪ 'ਚ, ਚਾਹੇ ਉਹ ਖੜੋਤਾ ਹੈ ਝੀਲਾਂ ਦਲਦਲਾਂ ਦੇ ਰੂਪ ਦੇ ਵਿੱਚ, ਤੇ ਚਾਹੇ ਉਹ ਕਿਸੇ ਹੋਰ ਰੂਪ ਦੇ ਵਿੱਚ ਧਰਤੀ ਹੇਠ 1% ਪਾਣੀ। ਦਰਅਸਲ ਉਹੀ 1% ਪਾਣੀ ਆ ਕੁੱਲ 100 ਪਾਣੀ ਦਾ 1%, ਯਾਨੀ 100 ਲੀਟਰ ਚੋਂ ਸਿਰਫ 1 ਲੀਟਰ ਪਾਣੀ ਜਿਹੜਾ ਅਸੀਂ ਆਪਣੀਆਂ ਰੋਜ਼ਮर्रा ਦੀਆਂ ਲੋੜਾਂ ਲਈ ਵਰਤਦੇ ਹਾਂ, ਚਾਹੇ ਪੀਣ ਲਈ, ਘਰੇਲੂ ਕਾਰਜਾਂ ਲਈ, ਚਾਹੇ ਉਦਯੋਗਾਂ ਲਈ, ਤੇ ਚਾਹੇ ਖੇਤੀ ਲਈ। ਤੇ ਉਸੇ 1% ਪਾਣੀ ਦੇ ਉੱਤੇ ਪਾਣੀ ਦੇ ਧਾੜਵੀਆਂ ਦੀ ਬਾਜ਼ ਆਖੋ।
ਉਹਨੇ ਇਹਨੂੰ ਹਥਿਆਣਾ ਸ਼ੁਰੂ ਕਰ ਦਿੱਤਾ। ਇਹ ਬੜੇ ਸਾਨੂੰ ਚੇਤਨ ਹੋਣ ਦੀ ਲੋੜ ਆ। ਬੜੇ ਕਮਾਲ ਦੇ ਪਰ ਬੋਝਲ ਜਿਹੜੇ ਆ ਉਹ ਇਹਦੇ ਬਾਰੇ ਅੰਕੜੇ ਦਿੱਤੇ ਜਾ ਸਕਦੇ ਆ। ਮੈਂ ਇਹ ਨਹੀਂ ਦੇਵਾਂਗਾ, ਮੈਂ ਬਚਾਂਗਾ। ਉਹ ਤੋਂ ਬਿਨਾਂ ਇਹਦੇ ਸਾਰੀ ਕਿਰਤ ਵਾਟਰ ਟ੍ਰੇਡ ਨਿਕਲੇ, ਪਾਣੀ ਦਾ ਵਪਾਰ, ਤੇ ਇਹਦੇ ਚੋਂ ਜਿੱਦਾਂ ਦੇਸ਼ ਭਗਤ ਜਾਗਰਣ ਕਮੇਟੀ ਨੇ 3 ਦਿਨ ਪਹਿਲਾਂ ਬਿਆਨ ਪਾਇਆ ਸੀ, ਸੰਸਾਰ ਬੈਂਕ ਜਾਂ ਵੱਡੀਆਂ ਟਰਬੈਲ ਵਿੱਤੀ ਸੰਸਥਾਵਾਂ ਦੀ ਇਹਦੇ 'ਚ ਦਖਲਅੰਦਾਜ਼ੀ ਜਾਂ ਇਹਦੇ 'ਤੇ ਕਬਜ਼ਾ ਕਰੋ ਨੀਤੀਆਂ ਨੂੰ ਹੱਲਾਸ਼ੇਰੀ, ਉਹ ਸਾਰਾ ਕੁਝ ਉਹੀ 1% ਜਿਹੜਾ ਪਾਣੀ ਆ ਸਾਡੇ ਜਿਹੜਾ ਵਰਤਣਯੋਗ ਆ ਉਹਦੇ 'ਤੇ ਕਬਜ਼ੇ ਦੇ ਨਿਆਈ। ਮੈਂ ਥੋੜ੍ਹਾ ਇਹਨੂੰ ਛੋਵਾਂਗਾ। ਮਨੁੱਖੀ ਜਿਹੜਾ ਇਤਿਹਾਸ ਆ ਉਹ ਜੰਗਾਂ ਜਿੱਤਾਂ ਤੇ ਵੰਸ਼ਾਂ ਦਾ ਇਤਿਹਾਸ ਨਿਕਲਦਾ। ਮਨੁੱਖੀ ਇਤਿਹਾਸ ਜੰਗਾਂ ਜਿੱਤਾਂ ਤੇ ਘਰਾਣਿਆਂ ਦਾ ਇਤਿਹਾਸ ਨਹੀਂ, ਰਾਜੇ ਮਹਾਰਾਜਿਆਂ ਦੀ ਕਹਾਣੀਆਂ ਨਹੀਂ ਇਹ ਗੱਲਾਂ, ਬਲਕਿ ਮਨੁੱਖ ਦੇ ਕੁਦਰਤੀ ਰਹੱਸਾਂ ਨੂੰ ਸਮਝਣ ਦੀ ਪ੍ਰਬਲ ਤਾਂਘ ਦਾ ਵੀ ਇਤਿਹਾਸ ਹੈ। ਮਨੁੱਖ ਕੁਦਰਤ ਦੀ ਬਿਹਤਰੀਨ ਜਿਹੜੀ ਪੈਦਾਵਾਰ ਆ, ਇੱਕ ਲੰਬੀ ਕੁਦਰਤੀ ਸਿਰਜਣ ਪ੍ਰਕਿਰਿਆ ਉਪਰੰਤ ਮਨੁੱਖ ਦੀ ਉਤਪਤੀ ਹੋਈ। ਪਹਿਲਾਂ ਪਾਣੀ, ਅੱਗ ਦਾ ਗੋਲਾ, ਫਿਰ ਪਾਣੀ, ਮਿੱਟੀ, ਬਨਸਪਤੀ ਦੀ ਅਨੰਤ ਗਾਥਾ, ਫਿਰ ਸੂਖਮ ਜੀਵ ਤੋਂ ਵਿਰਾਸਤਾ ਜਾਨਵਰ, ਜਾਨਵਰ ਮਨੁੱਖ ਬਣਨ ਦਾ ਪ੍ਰੋਸੈਸ, ਜੰਗਲਾਂ, ਕੰਡਰਾਂ, ਗਫਾਵਾਂ, ਕੁੱਲੀਆਂ, ਜੁੱਲੀਆਂ, ਢਾਰਿਆਂ ਤੋਂ ਸੁੱਖਾਂ ਲੱਧਿਆਂ ਟਰਬੈਲ ਇਮਾਰਤਾਂ ਤੱਕ ਇੱਕ ਲੰਬੀ ਪ੍ਰਕਿਰਿਆ ਚੱਲੀ। ਗੇਲੀ ਤੋਂ ਪਹੀਏ ਤੱਕ, ਬੁਲਟ ਟ੍ਰੇਨਾਂ ਤੋਂ ਰਾਕਟਾਂ ਤੱਕ, ਕੁਦਰਤੀ ਵਿਪਤਾਵਾਂ, ਮਹਾਮਾਰੀਆਂ ਦੇ ਦੌਰਾਂ ਤੋਂ ਵਿਗਿਆਨਕ ਸਹੂਲਤਾਂ ਤੱਕ, ਗੱਲ ਕਿ ਹੁਣ ਤੱਕ ਵਾਲੀ ਜਿਹੜੀ ਆਧੁਨਿਕਤਾ ਆ, ਇਹਦੇ ਮਗਰ ਮਨੁੱਖ ਦੀ ਲੱਖਾਂ ਸਾਲਾਂ ਦੀ ਘਾਲਣਾ ਹੈ। ਵਿਗਿਆਨ ਆਉਣ ਵੇਲੇ ਦਰਅਸਲ ਇਹਦੀਆਂ ਲੱਭਤਾਂ ਨੇ ਸਰਮਾਏਦਾਰੀ ਧਨ ਵਗੈਰਾ ਨੇ ਤੇ ਸਾਮਰਾਜ ਨੂੰ ਜਿਹੜਾ ਉਹ ਜਨਮ ਦਿੱਤਾ, ਤੇ ਉਸ ਪਾਸੇ ਨਹੀਂ ਮੈਂ ਤੁਰੂੰਗਾ। ਮੈਂ ਪਾਣੀ ਤੇ ਫੋਕਸ ਰੱਖੂੰਗਾ। ਦੱਖਣੀ ਭਾਰਤ ਆਪਣੇ ਮੁਲਕ ਦੇ ਇਤਿਹਾਸ ਨਾਲ ਸੰਬੰਧਿਤ। ਦੱਖਣੀ ਭਾਰਤ ਜਿਹਨੂੰ ਪਹਿਲਾਂ ਤੋਂ ਹੀ ਖੁਸ਼ਕ ਇਲਾਕਾ ਕਿ ਕੁਦਰਤੀ ਕਾਰਨਾਂ ਕਰਕੇ ਮੰਨਿਆ ਜਾਂਦਾ, ਹੁਣ ਵੀ ਹੈ। ਉਹਦੇ 'ਚ ਉਹਨਾਂ ਲੋਕਾਂ ਨੇ ਪਾਣੀ ਦੀ ਮੈਨੇਜਮੈਂਟ, ਇਹਦੀ ਪ੍ਰਬੰਧਨ ਨੂੰ ਬੜੀ ਅਹਿਮੀਅਤ ਦਿੱਤੀ। ਰਾਜ ਭਾਵੇਂ ਲਟੇਰਾ ਬਿਰਤੀ ਵਾਲੇ ਰਾਜਿਆਂ ਦਾ ਹੀ ਕਿਉਂ ਨਹੀਂ ਸੀ ਹੁੰਦਾ, ਕਈਆਂ ਦਾ, ਪਰ ਫਿਰ ਵੀ ਉਹ ਪਾਣੀ ਦਾ ਜਿਹੜਾ ਪ੍ਰਬੰਧ ਆ, ਇਹਨੂੰ ਕਿਵੇਂ ਸਾਂਭਣਾ, ਕਿੰਨਾ ਕੁ ਵਰਤਣਾ, ਕਿੱਦਾਂ ਵਰਤਣਾ, ਇਹਦੇ ਸ਼ਰਤਾਂ ਨਿਯਮ ਉਹ ਤੈਅ ਕਰਦੇ ਸੀ। ਮੰਨ ਕੇ ਉਹ ਵੀ ਇਹ ਚੱਲਦੇ ਸੀ ਕਿ ਪੀਣ ਦੀ ਬਜਾਏ, ਘਰੇਲੂ ਲੋੜਾਂ ਦੀ ਬਜਾਏ ਜਾਂ ਹੋਰ ਪ੍ਰੋਡਕਸ਼ਨ ਦੀ ਬਜਾਏ ਖੇਤੀ ਦੇ ਪਾਣੀ ਜਿਹੜਾ ਜ਼ਿਆਦਾ ਵਰਤਿਆ ਜਾਂਦਾ। 1000 ਯੂਨਿਟ ਜੋ ਪ੍ਰੋਡਕਸ਼ਨ ਹੁੰਦੀ ਸੀ, ਉਹਦੇ ਚੋਂ ਜਿਹੜੇ 300 ਯੂਨਿਟ ਉਹ
ਤੁਸੀਂ ਇਹਨੂੰ ਕਰ ਸ਼ਬਦ ਵਰਤ ਸਕਦੇ ਆ। ਉਹ ਇਹਨੂੰ ਹਿੱਸਾ ਜਾਂ ਦਾਨ ਕਹਿੰਦੇ ਹੁੰਦੇ ਸੀ ਵੀ 300 ਯੂਨਿਟ ਸਟੇਟ ਨੂੰ ਤੁਸੀਂ ਦੇਣੇ ਆ, ਜਿਹਦੇ ਤੋਂ ਵੱਡਾ ਹਿੱਸਾ ਜਿਹੜਾ ਉਹ ਜਨਤਕ ਕੰਮਾਂ ਲਈ ਅਸੀਂ ਵਰਤਾਂਗੇ। ਇਹ ਕਹਿ ਕੇ ਉਹ ਪੈਸਾ ਦਿਆ ਜਾਂਦਾ ਸੀ ਕਿਸਾਨੀ ਤੋਂ, ਸਿੰਚਾਈ ਦੇ ਨਾਂ ਹੇਠ। ਪਰ ਕਮਾਲ ਦੀ ਗੱਲ ਇਹ ਕਿ ਜਿਹੜੇ ਦੋ ਪੱਖੀ ਰਾਜੇ ਸੀਗੇ ਉਹ 250 ਯੂਨਿਟ ਜਿਹੜੀ ਕਰ ਸੀਗਾ ਉਹ ਪਾਣੀ ਦੇ ਨਾਲ ਸੰਬੰਧਿਤ ਕੰਮਾਂ ਲਈ ਵਰਤਦੇ ਸੀ। ਇਹ ਸਬੱਲੀ ਗੱਲ ਸੀ, ਪਰ ਉਹਦੇ ਹੀ ਇਹ ਵਾਟਰ ਟ੍ਰੇਡ ਜਿਹੜਾ ਨਾਂ ਸਾਡੇ ਭਾਰਤ ਦੇ ਵਿੱਚ ਹੈ। ਫਿਰ ਅੰਗਰੇਜ਼ ਆ ਗਏ, ਉਹਨੇ ਵੀ ਇਹ ਟੂਲ ਵਰਤਿਆ, ਪਰ ਉਹਦੇ ਨਾਲੋਂ ਮਾੜੇ ਰੂਪ 'ਚ। ਉਹਨੇ ਟੋਟਲ ਮੁਲਕ ਦੇ ਵਿੱਚ ਐਵਰੇਜ ਕਿਤੇ ਵੱਧ ਕਿਤੇ ਘੱਟ 1000 ਯੂਨਿਟਾਂ ਦੇ ਮਗਰ 650 ਯੂਨਿਟ ਜਿਹੜੇ ਆ ਉਹ ਪਾਣੀ ਦੇ ਨਾਂ 'ਤੇ ਜਾਂ ਪਾਣੀ ਪ੍ਰਬੰਧਨ ਦੇ ਨਾਂ 'ਤੇ ਲੈਣੇ ਸ਼ੁਰੂ ਕਰ ਦਿੱਤੇ। ਪਰ ਇਹਦੇ ਤੋਂ ਜਿਹੜੀ ਮਾੜੀ ਗੱਲ ਵਾਪਰੀ ਉਹ ਇਹ ਵੀ 590 ਹਿੱਸੇ 650 ਤੋਂ ਉਹਨੇ ਇੰਗਲੈਂਡ ਨੂੰ ਜਾਣੇ ਸ਼ੁਰੂ ਕਰ ਦਿੱਤੇ, ਤੇ ਸਿਰਫ ਜਿਹੜੇ 60 ਹਿੱਸੇ ਆ 650 ਚੋਂ ਉਹ ਪਾਣੀ ਨਾਲ ਸੰਬੰਧਿਤ ਖਰਚਣੇ ਸ਼ੁਰੂ ਕੀਤੇ, ਚਾਹੇ ਉਹ ਪੀਣ ਲਈ ਸੀ, ਚਾਹੇ ਸਿੰਚਾਈ ਲਈ ਸੀ, ਚਾਹੇ ਪਾਣੀ ਦੇ ਸੋਮਿਆਂ ਨੂੰ ਸਾਂਭਣ ਲਈ। ਉਦੋਂ ਹੀ ਜਿਹੜੇ ਸਾਡੇ ਜਿਹੜੇ ਆ ਜਲ ਸੋਮੇ ਉਹ ਤਬਾਹ ਹੋਣੇ ਸ਼ੁਰੂ ਹੋ ਗਏ, ਕਿਉਂਕਿ ਉਹਨੇ ਧਿਆਨ ਨਹੀਂ ਦਿੱਤਾ। ਤੇ ਸਾਡੇ ਜਿਹੜੇ ਆ ਪਾਣੀ ਜਿਹੜੇ ਸਟੋਰ ਜਾਂ ਕਲਸਟਰ ਸੀਗੇ ਜਲ ਸੰਗ੍ਰਹਿ ਕਰਨ ਵਾਲੇ, ਡੋਮਾਂ, ਦਲਦਲਾਂ, ਢਾਬਾਂ, ਤਲਾਬ, ਨਦੀਆਂ, ਇਹ ਤਬਾਹ ਰਿਜ਼ਰਵਾਇਰ ਜਿਹੜੇ ਇਹ ਤਬਾਹ ਹੋਣੇ ਸ਼ੁਰੂ ਕਰ ਦਿੱਤੇ। ਤੇ ਇੰਡੀਆ ਦਾ ਜਿਹੜਾ ਹੜ੍ਹਾਂ ਦਾ ਇਤਿਹਾਸ ਆ ਉਹ ਵੀ ਉਦੋਂ ਤੋਂ ਹੀ ਸ਼ੁਰੂ ਹੋਇਆ, ਬ੍ਰਿਟਿਸ਼ ਅੰਪਾਇਰ ਆਉਣ ਦੇ ਨਾਲ। ਇਹ ਪਾਣੀ ਦੇ ਵਿਵਾਦ ਦਾ ਇੱਕ ਹੋਰ ਘਿਨਾਉਣਾ ਰੂਪ ਸੀ। ਪਰ ਹੁਣ ਸਾਡੇ ਮੁਲਕ 'ਚ ਪਾਣੀ ਤੇ ਕਬਜ਼ੇ ਤੇ ਬੋਤਲ ਬੰਦ ਦੇ ਰੂਪ 'ਚ ਇੱਕ ਹੋਰ ਅਤੀ ਘਿਨਾਣੇ ਰੂਪ ਦੇ ਸਾਹਮਣੇ ਆਇਆ। ਪਰ ਇਹਦਾ ਜਿਹੜਾ ਚੱਲਣ ਆ ਉਹ 19ਵੀਂ ਸਦੀ 'ਚ ਅਮਰੀਕਾ 'ਚ ਸ਼ੁਰੂ ਹੋ ਗਿਆ ਸੀ। ਪੋਲੈਂਡ ਸਪਰਿੰਗ ਜਿਹੜੀ ਕੰਪਨੀ ਆ ਉਹਨੇ ਪਹਿਲੀ ਵਾਰ ਸੌਫਟ ਡਰਿੰਕ ਦਾ ਤੇ ਪਾਣੀਆਂ ਨੂੰ ਬੋਤਲਬੰਦ ਪਾਣੀ ਦਾ ਜਿਹੜਾ ਕਾਰਜ ਉਹ ਸ਼ੁਰੂ ਕੀਤਾ। ਪਰ ਮਾੜਾ ਖਤਰਨਾਕ ਵਰਤਾਰਾ ਉਦੋਂ ਵਾਪਰਿਆ ਜਦ 1970 ਦੇ ਵਿੱਚ ਪਾਣੀ ਨੂੰ ਇੱਕ ਜਿਣਸ ਮੰਨ ਲਿਆ ਗਿਆ, ਇੱਕ ਸਰਬ ਸਾਂਝੀ ਦੌਲਤ ਨਹੀਂ, ਇੱਕ ਜਿਣਸ। ਤੇ ਜਿਣਸ ਦਾ ਮਤਲਬ ਹੀ ਪੈਸਾ ਹੁੰਦਾ, ਤੇ ਜਿਣਸ ਦਾ ਮਤਲਬ ਹੀ ਪੱਟੀ ਹੁੰਦਾ, ਵਪਾਰ ਹੁੰਦਾ। ਫਿਰ ਬੜਾ ਕੁਝ ਆਇਆ, ਬੜੀਆਂ ਕੰਪਨੀਆਂ ਆ ਗਈਆਂ, ਉਸ ਪਾਸੇ ਨਹੀਂ ਮੈਂ ਕਹਾਂਗਾ। ਪਰ ਮੈਂ ਤੁਹਾਨੂੰ ਇਹ ਜ਼ਰੂਰ ਦੱਸੂੰਗਾ ਕਿ ਹੁਣ ਭਾਰਤ ਦੇ ਵਿੱਚ ਸਿਰਫ ਤੇ ਸਿਰਫ ਬੋਤਲਬੰਦ ਪਾਣੀ ਦੇ ਜਿਹੜੇ ਆ ਉਹ 6500 ਤੋਂ ਉੱਤੇ ਲਾਇਸੈਂਸ ਆ, ਜਿਹਨਾਂ ਤੋਂ ਵੱਡੀਆਂ ਕੰਪਨੀਆਂ ਜਿਹੜੀਆਂ ਵੀ ਸ਼ਾਮਲ। 6500 ਲਾਇਸੈਂਸ ਦੇ ਉੱਤੇ ਕਿ ਤੁਸੀਂ ਸੌਫਟ ਡਰਿੰਕ ਤੇ ਬੋਤਲਬੰਦ ਜਿਹੜਾ ਪਾਣੀ ਆ ਉਹ ਭਾਰਤ ਦੇ ਵਿੱਚ ਪੈਦਾ ਕਰ ਸਕਦੇ ਹਾਂ ਤੇ ਇਹਨੂੰ ਵੇਚ ਵੰਡ ਸਕਦੇ ਹਾਂ। ਤੇ 8000 ਜਿਹੜੇ ਉਹ ਲਾਇਸੈਂਸ ਗੈਰ ਕਾਨੂੰਨੀ ਆ, ਜਾਣੀ ਲਾਇਸੈਂਸ ਹੈ ਨਹੀਂ, ਗੌਰਮੈਂਟ ਦੇ ਕਾਗਜ਼ਾਂ 'ਚ ਨਿਯਮਤ ਨਹੀਂ, ਉਹ ਸ਼ਹਿ ਪ੍ਰਾਪਤ ਆ ਹਾਕਮਾਂ ਦੀ ਜਾਂ ਬਹੁਤ ਸਾਰੇ ਹੋਰਨਾਂ ਦੀ। ਉਹ ਲੋਕਾਂ ਵਪਾਰ ਇਹ ਕਰੀ ਜਾਂਦੇ ਆ ਵੀ ਪਾਣੀ ਦੇ ਨਾਂ 'ਤੇ ਸਾਡੀ ਵੱਡੀ ਪੱਧਰ 'ਤੇ ਲੁੱਟ ਹੋਣੀ ਸ਼ੁਰੂ ਕਰ ਦਿੱਤੀ। ਪਰ ਇਹ ਤੋਂ ਪਹਿਲਾਂ ਸੰਸਾਰ ਬੈਂਕ ਨੇ ਇੱਕ ਠੋਣਾ ਕੱਢ ਲਿਆ ਕਿ ਜਲ ਸੰਕਟ ਦਾ ਜਿਹੜਾ ਨਿਵਾਰਨ ਆ ਉਹ ਸਿਰਫ ਤੇ ਸਿਰਫ ਤਾਂ ਹੀ ਹੱਲ ਕੀਤਾ ਜਾ ਸਕਦਾ, ਉਹਦਾ ਜਿਹੜਾ ਆਰਾਮ ਬਾਣਾ ਉਹ ਪ੍ਰਾਈਵੇਟ ਮੈਨੇਜਮੈਂਟ ਰਾਹੀਂ ਜਾਣੀ ਕੀਤਾ ਜਾ ਸਕਦਾ। ਇੱਕੋ ਇੱਕ ਜਿਹੜਾ ਟੂਲ ਆ
ਉਹ ਪਾਣੀ ਦਾ ਜਿਹੜਾ ਆ ਪ੍ਰਾਈਵੇਟ ਪ੍ਰਬੰਧਾਂ ਨੂੰ ਆਪਾਂ ਦੇ ਤੌਰ ਤੇ ਦੇ ਦੇਈਏ। ਇਕੱਲਾ ਪਾਣੀ ਨਹੀਂ, ਬਿਜਲੀ ਵੀ, ਖਾਸ ਕਰਕੇ ਜਿਹੜੇ ਹਾਈਡਰੋ ਪ੍ਰੋਡਕਟ, ਸਾਡੇ ਸਾਰੇ ਵਾਟਰ ਵਰਕਸ ਵੀ ਹੌਲੀ ਹੌਲੀ ਉਹਨਾਂ ਦਾ ਪ੍ਰਬੰਧ ਦੇ ਕੇ ਫਿਰ ਉਹਨਾਂ ਦੀ ਕੀਮਤ ਲਈ ਜਾਵੇ। ਕਿਹਾ ਇਹ ਜਾਵੇ ਵੀ ਜਿਹੜੀ ਚੀਜ਼ ਮੁਫਤ ਦਿੱਤੀ ਜਾਂਦੀ ਆ ਉਹਦੀ ਦੁਰਵਰਤੋਂ ਹੁੰਦੀ ਆ, ਉਹਨੂੰ ਕੋਈ ਸਮਝਦਾ ਨਹੀਂ। ਸ਼ਬਦ ਇਹ ਬਦਲ ਹੈ। ਜਿਵੇਂ ਮੈਂ ਸ਼ੁਰੂ 'ਚ ਕਿਹਾ ਸੀ ਕਿ ਪਾਣੀ ਜਿਹੜੀ ਆ ਸਾਡੀ ਸਮਾਜਿਕ, ਆਰਥਿਕ ਤੇ ਰਾਜਨੀਤਿਕ ਸ਼ਕਤੀ ਹੈ। ਇਹ ਸਾਡੇ ਦੇਣ 'ਚ ਘੱਟ ਆ, ਉਹਨਾਂ ਦੇ ਦੇਣ ਵਿੱਚ ਜ਼ਿਆਦਾ। ਸਾਡੀ ਜਿਹੜੀ ਆਪਣੀ ਪਾਣੀਆਂ ਦੀ ਧਰਤੀ ਆ ਪੰਜਾਬ, ਜਿਹਨੂੰ ਪੰਜਾਬਾਂ ਦੀ ਧਰਤੀ ਕਿਹਾ ਜਾ ਸਕਦਾ, ਸਥਿਤੀ ਦਾ ਤਗਾਜ਼ਾ ਦੇਖੋ ਕਿ ਧਰਤੀ ਦਰਿਆਵਾਂ ਦੇ ਨਾਂ ਤੇ ਪਿਆ, ਪੰਜ ਆਬ ਤੋਂ ਪੰਜਾਬ, ਪਰ ਤਿੱਖੇ ਜਲ ਸੰਕਟ ਦਾ ਅਸੀਂ ਸ਼ਿਕਾਰ ਹੋਣ ਜਾ ਰਹੇ ਹਾਂ। ਕਿਉਂਕਿ ਨਫੇ ਲਈ, ਦੌਲਤਾਂ ਲਈ, ਤੇ ਉਸੇ ਦੌਲਤ ਨੂੰ ਹਥਿਆ ਕੇ ਫਿਰ ਉਸੇ ਦੌਲਤ ਨਾਲ ਸਤਾ ਕਾਇਮ ਰੱਖਣ ਦੀ ਜਿਹੜੀ ਤਾਂਘ, ਭੁੱਖ, ਉਹ ਸਰਬੱਤ ਦੇ ਭਲੇ ਦੀਆਂ ਜਿਹੜੀਆਂ ਸਵਸਥ ਧਾਰਨਾਵਾਂ ਉਹਨੂੰ ਝਠਲਾ ਦਿੰਦੀ ਹੈ। ਉਹ ਕਬਜ਼ੇ ਕਰਨਗੇ, ਮੁੱਲ ਵੱਟਣਗੇ, ਉਸ ਪੈਸੇ ਦੇ ਨਾਲ ਰਾਜ ਸੱਤਾ 'ਤੇ ਵੀ ਕੰਟਰੋਲ ਕਰਨਗੇ ਜਿਹੜਾ ਕਰ ਲਿਆ ਗਿਆ ਹੈ, ਤੇ ਅਸੀਂ ਇੱਕ ਹੋਰ ਗੁਲਾਮੀ ਦੇ ਦੌਰ ਵਿੱਚ ਸ਼ਾਮਲ ਹੋ ਜਾਵਾਂਗੇ। ਤੇ ਮੁੱਕਦੀ ਗੱਲ ਇਹ ਕਿ ਮੈਂ ਇਸ ਔਖੇ ਦੇ ਬੋਝਲ ਵਿਸ਼ੇ ਨੂੰ, ਜਨ ਜੀਵਨ ਤੇ ਮਾਰੂ ਹੱਲੇ ਨੂੰ ਸੰਬੋਧਿਤ ਹੋਵਾਂ। ਮੈਂ ਇੰਨਾ ਵੀ ਕਹਿੰਦਾ ਹੋਇਆ ਇੱਕ ਵਾਰੀ ਫਿਰ ਕਿ ਮੈਂ ਤੁਹਾਨੂੰ ਬਹੁਤ ਸੌਖੀਆਂ ਜਿਹੀਆਂ ਗੱਲਾਂ ਦੱਸਣ ਦੀ ਅੱਜ ਕੋਸ਼ਿਸ਼ ਕੀਤੀ ਹੈ। ਫਿਰ ਕਿਤੇ ਨਰੋਲ ਪਾਣੀ ਬਾਰੇ ਜੇ ਆਪਾਂ ਇੱਥੇ ਜਾਂ ਜਿੱਥੇ ਤੁਸੀਂ ਚਾਹੋ ਸੰਵਾਦ ਰਚਾਵਾਂਗੇ। ਤੁਸੀਂ ਇਹਦੀ ਅਹਿਮੀਅਤ ਬੁੱਝੋ, ਪਰ ਅਹਿਮੀਅਤ ਨਾਲੋਂ ਵੱਧ ਕੇ ਪਾਣੀ ਦੇ ਮੁੱਖ ਸੁੱਕ ਜਾਂ ਦੇ ਅਸਲ ਵਰਤਾਰਿਆਂ ਦਾ ਕੰਸੋ ਪਾਓ। ਤੁਸੀਂ ਇਹਨਾਂ ਨੂੰ ਹਥਿਆਣ ਜਾ ਰਹੇ ਉਹਨਾਂ ਧਾੜਵੀਆਂ ਤੋਂ ਸੁਚੇਤ ਹੋ ਜਾਓ। ਇਹ ਆਸ ਰੱਖਦਾ ਹੋਇਆ ਮੈਂ ਆਪਣਾ ਵਿਖਿਆਨ ਇੱਥੇ ਵਿਰਾਮ ਕਰਦਾ। ਤੁਸੀਂ ਮੈਨੂੰ ਸੁਣਿਆ, ਤੁਹਾਡੀ ਮਿਹਰਬਾਨੀ। ਅਖੀਰ ਦੇ ਵਿੱਚ ਮੈਂ ਤੁਹਾਨੂੰ ਕੁਝ ਨਾਅਰੇ ਜਿਹੜੇ ਆ ਉਹ ਫਿਰ ਦੁਹਰਾ ਕੇ ਜਾਊਂਗਾ ਕਿ ਬਰਖਾ ਦੀ ਹਰ ਤਿਪ, ਮਿੱਟੀ ਦਾ ਹਰ ਕਣ, ਬਣਦੇ ਹਰ ਪੌਂਦ ਸਾਂਭ ਸਲੋਟ ਲਾਓ, ਤੁਹਾਡੇ ਵਾਰਸਾਂ ਦੇ ਕੰਮ ਆਵੇ। ਕੋਸ਼ਿਸ਼ ਕਰੀਏ ਕਿ ਖੇਤ ਦੀ ਮਿੱਟੀ ਖੇਤ ਵਿੱਚ, ਖੇਤ ਦਾ ਪਾਣੀ ਖੇਤ ਵਿੱਚ, ਪਿੰਡ ਦੀ ਮਿੱਟੀ ਪਿੰਡ ਵਿੱਚ, ਤੇ ਪਿੰਡ ਦਾ ਪਾਣੀ ਪਿੰਡ 'ਚ ਰੱਖਣ ਦੀ ਕੋਸ਼ਿਸ਼ ਕਰੀਏ।
ਇਹਦੇ ਨਾਲ ਵੀ ਸਾਡੇ ਮਿੱਟੀ ਦੇ ਤੇ ਜਲ ਸੰਕਟ ਦੇ ਜਿਹੜੇ ਕੁਛ ਹੱਲ ਨਿਕਲਾਂਗੇ। ਤੇ ਫਿਰ ਅਖੀਰ 'ਚ ਇੱਕ ਵਾਰ ਫਿਰ ਕਿ ਜੇ ਮਿੱਟੀ ਅਤੇ ਪਾਣੀ ਆ ਫਿਰ ਹੀ ਜੰਗਲ ਹਨ। ਜੰਗਲ ਵਰਖਾ ਦੇ ਸਾਕਸ਼ੀ ਹਨ। ਵਰਖਾ ਪਾਣੀ ਦਾ ਮੁੱਢਲਾ ਸੋਮਾ ਹੈ ਤੇ ਪਾਣੀ ਸਾਡੇ ਜੀਵਨ ਦਾ ਆਧਾਰ ਹਨ। ਸਾਡੇ ਜੰਗਲਾਂ ਤੇ, ਸਾਡੀ ਮਿੱਟੀ ਤੇ, ਸਾਡੇ ਪਾਣੀ ਉੱਤੇ ਜਿਹੜੇ ਹਾਕਮ ਜਮਾਤਾਂ ਦੇ ਛੇ ਦੇ ਨਾਲ ਕਬਜ਼ਾ ਕਰਨ ਜਾ ਰਹੇ, ਅਸੀਂ ਉਹਨਾਂ ਤੋਂ ਸਿਰਫ ਸੁਚੇਤ ਨਾ ਹੋਈਏ, ਉਹਨਾਂ ਦੇ ਨਾਲ ਭੇੜ ਵਿੱਚ ਵੀ ਪਈਏ ਤਾਂ ਹੀ ਬਚੇ ਰਹਾਂਗੇ। ਕਿਉਂਕਿ ਸਾਡਾ ਜੀਵਨ ਭੌਤਿਕ ਟੱਕਰ ਵਿੱਚ ਨਹੀਂ ਤੁਲਦਾ, ਇਹ ਕੁਦਰਤ ਦੇ ਨਾਲ ਜੁੜਿਆ ਹੋਇਆ ਹੈ। ਪਰ ਸਵਾਲ ਇਹ ਹੈ ਕਿ ਨਿਤਾਰਾ ਇਸ ਗੱਲ ਉੱਤੇ ਹੋਵੇਗਾ ਕਿ ਕੁਦਰਤ ਦੀ ਅਸੀਂ ਰੱਖਿਆ ਕਿੰਨੀ ਕੁ ਕੀਤੀ ਤੇ ਪਾਣੀ ਅਤੇ ਮਿੱਟੀ ਕੁਦਰਤ ਦਾ ਸਰਮੌਰ ਅੰਗ ਹਨ। ਤੁਹਾਡੀ ਮਿਹਰਬਾਨੀ। ਧੰਨਵਾਦ।